हजूर दे ज्योति जोत समाउन अस्थान तख्त सचखंड श्री हजूर श्री अवचल नगर साहिब विखे दर्शन दिदारियां दा जीवन दे अंदर इस पाक समा निरंकार ने तरस करके बख्शिश कीता है। सच्चे पातशाह जी दी पावन संगत अंदर आप जी प्यार शरदा नाल सज बैठे हो। हजूर दे अमृत उपदेश दी कथा दा समा है। चित दियां बिरतियां एकागर करिए महाराज जी दा अमृत उपदेश प्यार शरदा नाल सरवण करिए। हजूर दे पवित्र चरणां दा ध्यान करदे हुए आखो जी सतनाम श्री वाहिगुरु साहिब जी। सतनाम श्री वाहिगुरु साहिब सतनाम श्री वाहिगुरु साहिब जी। सलोक दीन दर्द दुख भंजना। सच्चे पातशाह श्री सुखमनी साहिब जी दी ये दूसरी अष्टपदी का श्लोक सच्चे पातशाह जी महाराज उचारण कर रहे हैं। इस दे अंदर सच्चे पातशाह जी महाराज जी ने परलोक दे रस्ते दा प्रकरण महाराज जी ने रखिया है। साध संगत जी जो सानू इन्हां अखां नाल दिखाई नहीं ना दिंदा, सच्चे पातशाह महाराज गरीब नवाज सतगुरु जी वो दृश्य सानू दिखाउंदे है। बुद्धि जिस देश की बाबत निर्णय नहीं कर पाउंदी, महाराज सानू उस देश का स्वरूप दिखाउंदे है। क्योंकि देह विच सदा नहीं रहना, पर माया इन्नी प्रबल है कि देह तो मन नूं परे नहीं हटण दिंदी। देह नूं सदा रहण वाली मन समझदा है। जदों देह कोल नहीं होवेगी उदों की हालत होवेगी जे वाहिगुरू दा भजन नहीं कीता तां देह विच वाहिगुरू दा नाम जपना चाहिदा सी। सच्चे पातशाह जी महाराज ने किन्नी ताकीद कीती है। मन रे प्रभ की शरण विचारो। सच्चे पातशाह कहंदे वाहिगुरू दे शरण पैण दी अपने मन विच विचार तां कर, सोच तां सही। जिह सिमरत गनका सी उदरी ताको जस उर तारो। जिस वाहिगुरू नूं सिमर के गनका वर्गी एडी पापण सी ओदा उधार हो गया ते तेरा कोई ना उधार होवेगा। इस करके उन्हां दुखां तो छुटकारा पाउण वास्ते महाराज वाहिगुरू दी शरण दसदे आ। सच्चे पातशाह वाहिगुरू दा सिमरन दसदे आ। सच्चे पातशाह गरीब नवाज कहंदे है जे देह दे विच हुंदियां तू भजन कर लिया ना ते वेखी भजन तेरे किन्ने काम आउणा है। तेनू ये ज्ञात नहीं है, तेनू ये सोझी नहीं है। इस करके तू अपना जीवन जिहड़ी चीज नाल नहीं तेरे निभणी ओदे वास्ते बहुत कष्ट करदा है तू।
ਉਹਦੇ ਵਿੱਚ ਆਪਣੇ ਸਵਾਸਾਂ ਨੂੰ ਖਰਚ ਕਰੀ ਜਾਂਦਾ। ਵਾਹਿਗੁਰੂ ਦਾ ਭਜਨ ਨਹੀਂ ਤੂੰ ਕਰਦਾ, ਨਾਮ ਨਹੀਂ ਤੂੰ ਜਪਦਾ। ਸੱਚੇ ਪਾਤਸ਼ਾਹ ਜੀ ਸ਼ਲੋਕ ਵਿੱਚ ਸਾਨੂੰ ਬੇਨਤੀ ਕਰਨ ਦੀ ਜਾਚ ਦੱਸਦੇ ਆ ਗਰੀਬ ਨਵਾਜ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਉਂ ਨਿਮਰਤਾ ਪੂਰਵਕ ਅਰਦਾਸ ਸਤਿਗੁਰੂ ਜੀ ਕਹਿੰਦੇ ਭਾਈ ਕਰਨਾ ਕਰੋ। ਦੀਨ ਦਰਦ ਦੁਖ ਭੰਜਨਾ। ਇਹ ਵਾਹਿਗੁਰੂ ਆਪ ਦੀਨਾਂ ਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਹੋ, ਦੀਨਾਂ ਦੇ ਗਰੀਬਾਂ ਦੇ ਦਰਦੀ ਹੋ ਸੱਚੇ ਪਾਤਸ਼ਾਹ। ਜਿਹਦਾ ਕੋਈ ਦਰਦ ਨਹੀਂ ਸੁਣਦਾ, ਜਿਹਦਾ ਕੋਈ ਦੁੱਖ ਨਹੀਂ ਸੁਣਦਾ ਸੱਚੇ ਪਾਤਸ਼ਾਹ, ਉਹਦਾ ਦੁੱਖ ਤੁਸੀਂ ਸੁਣਦੇ ਹੋ। ਮਹਾਰਾਜ ਜੀ ਨੂੰ ਕੋਈ ਹੋਰ ਥਾਂ ਨਹੀਂ, ਕੋਈ ਆਸਰਾ ਨਹੀਂ ਸੱਚੇ ਪਾਤਸ਼ਾਹ। ਉਹਨਾਂ ਦੇ ਦੁੱਖਾਂ ਨੂੰ ਆਪ ਭੰਨਣ ਵਾਲੇ ਹੋ। ਤੇ ਮਹਾਰਾਜ ਮੈਂ ਦੀਨ ਬਣ ਕੇ ਸ਼ਰਨ ਵਿੱਚ ਆਇਆ ਹਾਂ। ਕੋਈ ਮੇਰਾ ਮਾਣ ਨਹੀਂ ਹੈ ਸਰੀਰਕ ਬਲ ਦਾ, ਕੋਈ ਬੁੱਧੀ ਦਾ ਸੱਚੇ ਪਾਤਸ਼ਾਹ, ਕੋਈ ਧਨ ਦਾ ਕੋਈ ਮਾਣ ਨਹੀਂ ਮਹਾਰਾਜ ਸੱਚੇ ਪਾਤਸ਼ਾਹ। ਮੈਂ ਤਾਂ ਦੀਨ ਹੋ ਕਰਕੇ, ਗਰੀਬ ਹੋ ਕਰਕੇ, ਨਿਮਾਣਾ ਹੋ ਕਰਕੇ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਆਇਆ ਹਾਂ। ਕਿਉਂਕਿ ਮੈਨੂੰ ਇਹ ਪਤਾ ਹੈ ਕਿ ਆਪ ਗਰੀਬਾਂ ਦੀ ਸੁਣਨ ਵਾਲੇ ਹੋ। ਜਿਹਨੂੰ ਕੋਈ ਆਸਰਾ ਨਹੀਂ ਉਹਨੂੰ ਆਪਣਾ ਆਸਰਾ ਦੇਣ ਵਾਲੇ ਹੋ ਸੱਚੇ ਪਾਤਸ਼ਾਹ। ਆਪ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲੇ ਹੋ। ਘਟ ਘਟ ਨਾਥ ਅਨਾਥ। ਫਿਰ ਸ਼ਰੀਰਾਂ ਦੇ ਅੰਦਰ ਵਿਆਪਕ ਹੋ, ਸਭ ਘਟਾਂ ਦੇ ਅੰਦਰ ਆਪ ਇੱਕ ਰਸ ਸਮਾ ਰਹੇ ਹੋ। ਤੇ ਜਿਹਦਾ ਕੋਈ ਮਾਲਕ ਨਹੀਂ ਨਾ, ਜਿਹੜਾ ਵਿਚਾਰਾ ਯਤੀਮ ਹੈ ਕਿ ਮਹਾਰਾਜ ਕੋਈ ਨਹੀਂ ਤੇਰੇ ਤੋਂ ਬਿਨਾ ਮੇਰਾ, ਮਹਾਰਾਜ ਉਹਦੇ ਆਪ ਮਾਲਕ ਹੋ। ਘਟ ਘਟ ਨਾਥ ਅਨਾਥ, ਜਿਹੜੇ ਅਨਾਥ ਹੈ ਵਿਚਾਰੇ, ਜਿਨ੍ਹਾਂ ਨੂੰ ਕਿਸੇ ਦਾ ਆਸਰਾ ਨਹੀਂ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਆਸਰੇ ਆਪ ਹੋ, ਉਹਨਾਂ ਦੇ ਸੁਆਮੀ ਹੋ ਆਪ। ਉਹਦੇ ਸਿਰ ਤੇ ਹੱਥ ਧਰ ਦਿੰਦੇ ਹੋ ਕਿ ਜੇ ਤੇਰਾ ਕੋਈ ਨਹੀਂ ਤੇ ਅਸੀਂ ਤੈਨੂੰ ਆਪਣਾ ਆਸਰਾ ਦਿੰਦੇ ਹਾਂ। ਹੋਰ ਆਸਰੇ ਜਦੋਂ ਮੁੱਕ ਜਾਂਦੇ ਹੈ ਉਦੋਂ ਹੀ ਨਿਰੰਕਾਰ ਦਾ ਆਸਰਾ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਆਪ ਯਤੀਮਾਂ ਦੇ ਸੁਆਮੀ ਹੋ, ਮਾਲਕ ਹੋ, ਨਿਥਾਵਿਆਂ ਦੇ ਥਾਂ ਹੋ ਸੱਚੇ ਪਾਤਸ਼ਾਹ। ਜਿਹਨੂੰ ਕੋਈ ਥਾਂ ਨਹੀਂ ਉਹਨੂੰ ਆਪਣੇ ਸਰੂਪ ਰੂਪੀ ਥਾਂ ਨੂੰ ਦੇ ਕੇ ਆਪ ਮਹਾਰਾਜ ਨਿਹਾਲ ਕਰ ਦਿੰਦੇ ਹੋ। ਇਹ ਸੱਚੇ ਪਾਤਸ਼ਾਹ ਆਪ ਤਾਂ ਸਭ ਥਾਵਾਂ ਤੇ ਵਿਆਪਕ ਹੋ, ਹਰ ਥਾਂ ਤੇ ਤੁਹਾਨੂੰ ਜਾਣ ਕਰਕੇ ਸੱਚੇ ਪਾਤਸ਼ਾਹ ਜੀ ਗਰੀਬਾਂ ਦਾ ਸੰਬੰਧੀ ਜਾਣ ਕਰਕੇ, ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਜਾਣ ਕਰਕੇ, ਤੇ ਜਿਹਦਾ ਕੋਈ ਆਸਰਾ ਨਹੀਂ ਬਣਦਾ ਉਹਨਾਂ ਬੇਆਸਰਿਆਂ ਦਾ ਆਸਰਾ ਆਪ ਬਣਦੇ ਹੋ। ਇਹ ਜਾਣ ਕਰਕੇ ਸ਼ਰਨ ਤੁਮਾਰੀ ਆਇਓ। ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਇਹ ਜਾਣ ਕਰਕੇ ਸ਼ਰਨ ਆਇਆ ਕਿ ਆਪ ਗਰੀਬਾਂ ਦੇ ਦੁੱਖਾਂ ਨੂੰ ਤੋੜਦੇ ਹੋ। ਇਹ ਜਾਣ ਕੇ ਸ਼ਰਨ ਆਇਆ ਕਿ ਆਪ ਹਰੇਕ ਥਾਂ ਤੇ ਹਾਜ਼ਰ ਨਾਜ਼ਰ ਹੋ। ਇਹ ਜਾਣ ਕੇ ਸ਼ਰਨ ਆਇਆ ਕਿ ਮਹਾਰਾਜ ਆਪ ਗਰੀਬਾਂ ਦੇ ਜਿੱਥੇ ਮਾਲਕ ਹੋ, ਜਿਹਦਾ ਕੋਈ ਆਸਰਾ ਨਹੀਂ ਉਹਦਾ ਤੁਸੀਂ ਆਸਰਾ ਹੋ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸੱਚੇ ਪਾਤਸ਼ਾਹ ਸਾਡੀ ਤਾਂ ਇਹੀ ਖਾਹਿਸ਼ ਹੈ, ਜੇ ਸਾਡਾ ਜਨਮ ਵੀ ਹੋਵੇ ਨਾ ਤੇ ਜਨਮ ਪਾ ਸ਼ਰਨ ਤੋਂ। ਮਹਾਰਾਜ ਜਨਮਾਂ ਜਨਮਾਂਤਰਾਂ 'ਚ ਤੁਹਾਡੀ ਸ਼ਰਨ ਹੀ ਪਏ ਰਹੀਏ। ਇਹੀ ਸਾਡੀ ਇੱਛਾ ਹੈ ਸੱਚੇ ਪਾਤਸ਼ਾਹ। ਜਿੱਥੇ ਵੀ ਰੱਖੋ ਆਪਣੀ ਸ਼ਰਨ ਵਿੱਚ ਰੱਖੋ, ਆਪਣੀ ਛਤਰ ਛਾਇਆ ਵਿੱਚ ਰੱਖੋ ਸੱਚੇ ਪਾਤਸ਼ਾਹ ਜੀ। ਫਿਰ ਕੋਈ ਸਾਨੂੰ ਜਿਹੜਾ ਹੈ ਉਹ ਦੁੱਖ ਨਹੀਂ ਪੋ ਸਕੇਗਾ। ਇਹ ਸਾਡਾ ਨਿਸ਼ਚਾ ਏ। ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਭਿੱਜ ਕੇ ਭਗਤਾਂ ਨੇ ਆਖਿਆ ਹੈ, ਮਹਾਰਾਜ ਸਾਨੂੰ ਆਪਣਾ ਦਰਸ਼ਨ ਇੱਕ ਵਾਰੀ ਦਿਖਾ ਦਿਓ। ਕਬੀਰ ਜੀ ਕਹਿੰਦੇ ਨੇ, ਪਾਛੇ ਤੇ ਜਮ ਕਿਉਂ ਨਾ ਪਠਾਵੋ। ਪਿੱਛੋਂ ਭਾਵੇਂ ਮਹਾਰਾਜ ਮੈਨੂੰ ਨਰਕਾਂ 'ਚ ਸੁੱਟ ਦਿਓ, ਪਰ ਮੈਨੂੰ ਇੱਕ ਵਾਰ ਆਪਣਾ ਦਰਸ਼ਨ ਦਿਖਾਓ। ਤੇ ਹੱਸ ਕੇ ਕਹਿੰਦੇ ਆ ਕਬੀਰ, ਸਾਡਾ ਦਰਸ਼ਨ ਵੇਖ ਕੇ ਫਿਰ ਨਰਕਾਂ 'ਚ ਥੋੜੋ ਜਾਵੇਂਗਾ।
सच्चे पातशाह जी महाराज सानू अपनी शरण दे दिओ गरीब नवाज, यही साडी बेनती है। सच्चे पातशाह त्राहे त्राहे तो पा शरण। महाराज बौड़ी है सच्चे पातशाह, संसार दे दुख नहीं सहे जांदे। सच्चे पातशाह जी किरपा करो गरीब नवाज, अपनी शरण विच थां दे दिओ। सच्चे पातशाह जी दी शरण दा सुख साध संगत जी जिन्हां भगतां ने शरण पाई है उन्हां नूं पता है कि यह सुख की है। इत्थे काल दी अग भी नहीं पहुंदी है, होर तां तृष्णा आसा ने तां पौना ही की है, इत्थे काल दी अग भी नहीं पहुंदी है। जिस करके कहा ना कि सिंह शरण कत जाइए जो जंबक ग्रस है। शेर दी शरण विच जाण दा की लाभ जे उथों गिद्दड़ी चुक के लै जावे तां। शेरवत शरण है निरंकार दी, इत्थे फिर कर्मा रूपी गिद्दड़ भी खिच के नहीं मार सकदे। इस करके वाहिगुरू दी शरण पईए, वो शरण विच रखण दे योग है। वो शरण आए नूं पालना दिंदा है, मेरा वाहिगुरू ओदी पालना करदा है, ओदी रखिया करदा है। ये महाराज जी दा बिरद है, सुभाअ ही है सच्चे पातशाह दा, जो शरण आवे तिस कंठ लावे। इहो बिरद स्वामी संदा, जिहड़ा महाराज दी शरण आ जांदा है ना, सच्चे पातशाह जी महाराज ओनू गरीब नवाज आप दे अभेद निश्चय रूपी कंठ नाल ला लैंदे है। सच्चे पातशाह जी दे दुश्मन भी जे कोई शरण पिया ना, सच्चे पातशाह जी महाराज ओनू भी बख्शिश कर दिती, ओदे ते भी रहमत कर दिती। भावें मौके ते खलोते सिखां ने कहा महाराज दुश्मन मैं वैरी है सच्चे पातशाह, इहदे ते आप दृष्टि कर रहे हो। ते हजूर दे ये वाहक हुंदे सी सिखो, जदों साडी कोई शरण पै जांदा ना, साडे हथ भी साडी उडीक नहीं करदे, ओदे शीश ते चले जांदे आ। अपने आप ही उसदे सिर दे उत्ते साडा हथ चलिया जांदा है। ते जिहदे शीश दे उत्ते हथ गुरु नानक साहब जी महाराज दा होवे, 10 पातशाहियां जिहदे सिर ते अपना हथ रख देण, वो तां फिर कहा ना कि समर्थ गुरु सिर हथ धरियो, गुर कीनी कृपा हर नाम दियो। सच्चे पातशाह जी महाराज दी शरण जिहड़ी है ना, ये साध संगत जी बड़ी समर्थ है। सच्चे पातशाह जी शरण तुहारी आयो। महाराज मैं आप जी दी शरण आ गया गरीब नवाज, आप जी दे चरनां विच चल करके आया हाँ। नानक के प्रभ साथ। धन गुरु अर्जन देव सच्चे पातशाह कहंदे ने, हे प्रभु तुसी सब दे साथ संगी हो, सब दे ही महाराज कोल रहन वाले हो। हे गरीब नवाज आप सब थावां ते व्यापक हो, सब दे साखी चेतन हो करके महाराज सच्चे पातशाह जी हे निरंकार सब दे साथ नाल वसदे हो। इसे प्रकार ही शरण तुम्हारी आयो। हे वाहिगुरु मैं आप जी दी शरण विच चल करके आया हाँ। नानक के प्रभ साथ। हे प्रभु मैं अपने जामन गुरु नानक साहब नूं बना करके आप दी शरण आया। सच्चे पातशाह गुरु जी दे चरनी पै करके आप जी दी शरण आया हाँ, क्योंकि महाराज मैनू तां शरण पैना भी नहीं आउंदा, ये तां पूर्ण गुरु नानक साहब ने सानू सिक्ख्या दित्ती है। हजूर गुरु अर्जन देव सच्चे पातशाह जी कहंदे ने, सतगुरु गुरु रामदास सच्चे पातशाह जी दी कृपा दृष्टि दे नाल हे वाहिगुरु असीं आप दी शरण आए हाँ। महाराज ने साडे ते कृपा कीती, रहमत कीती ते सानू आप जी दी शरण विखाई। महाराज असीं गुरु नानक साहब जी दे चरनी लग करके महाराज गुरु नानक साहब जी दी सिक्ख्या नूं दृढ़ करके गुरु जी दे उपदेश दे नाल आप जी दी शरण विच सच्चे पातशाह जी चल करके आए हाँ। अष्टपदी जह मात पिता सुत मीत ना भाई। सच्चे पातशाह जी महाराज हुण साध संगत जी दे तो बाद जिहड़ा सफर शुरू हुंदा है ओदी बाबत हजूर दसदे है ते आप जी ने समझना अजोका समा बड़ा ही साध संगत जी भयानक है। हजूर दे उन्हां उपदेशां नूं ओ नास्तिक प्रचारक लोग सट मारदे है, जिहदी बाबत संसार दे अंदर साध संगत जी बहुतात लोग
केवल दलील ते ही गल करदे आ ते कहंदे आ कोई स्वर्ग नहीं हुंदा, कोई नरक नहीं हुंदा, किते जीव मर के नहीं जांदा। एवें ये डराउण वालियां गल्लां ने। सच्चे पातशाह जी दी बाणी दा उपदेश जिहड़े सतसंगी सुणदे आ उन्हां नूं पता है कि हजूर इस देह तो बाद कोई लोक दसदे आ जिथे साडी निगाह नहीं जांदी, ओदी बाबत सच्चे पातशाह जी महाराज सानू दर्शाउंदे आ, दिखाउंदे आ कि वेख जदों ओ समा आया बड़ी औकड़ बनेगी, बड़ी विपता बनेगी तेरे ते। क्यों नहीं तू अपने उस औकड़ दे समय दा समाधान हुण करदा? उस विपता नूं अपने सिरों टालण लई हुण क्यों नहीं तू यतन करदा? ये सच्चे पातशाह सानू जिहड़ा सावधान करदे आ। ते साध संगत जी, जे कोई परलोक दे दुख नहीं, नरक नहीं, स्वर्ग नहीं, ते ये दुनिया ही सब कुछ है, फिर तां अराजकता फैल जाएगी। वाहिगुरू जी दे रब्बी कानून दे मुताबिक सब कुछ चल रहा है। ये जे कोई कहंदा ना कि नहीं जमां दा रस्ता, नहीं नरक, नहीं धर्मराजा, ये उहदे अपने नास्तिक पुणे दे विचार हो सकते हैं। गुरु महाराज सच्चे पातशाह जी दे उपदेश दा ये साध संगत जी जिहड़ा है ना वो फलसफा नहीं है। हजूर ने अपने उपदेश विच दस्सिया कि इस देह तो बाद जीव नूं बहुत लंबा समा गुजारना पैंदा है। जे भजन नहीं कीता ते दुखां विच लंघदा है। देह विच बहुत थोड़ा समा है जिन्नू जीव समझदा बड़ा लम्मा है। देहां साडे सामने आउंदियां भी है संसार विच ते देहां चलियां भी जांदियां ने, पर फिर भी माया दा एडा वड्डा पड़दा है, एडा वड्डा भरम है कि जीव नूं कदाचित भी ये सोझी नहीं आउंदी है। सतसंगी दा मन सुन के जाग पैंदा की है कि जदों घड़ी पल सुनदा है फिर उदों असर हुंदा है, फिर जदों संसार दी माया विच प्रवृत्त हुंदा है, इहनूं फिर सब कुछ चेता भुल जांदा है। पर बार बार जदों गुरमुख दृढ़ करदे आ ना, फिर साध संगत जी उन्हां नूं सच्चे पातशाह दे नाम अभ्यास नाल सोझी हो आउंदी है। पता लग जाता है कि मना संसार विच केवल जिहड़ा ना वो कुछ समय लई आया है, हद बन्नी हुई है, ते जिस चीज दी हद बन्नी हुई है उन्होंने तू सदीवी किवें समझी बैठा है? ये तेरा भुलेखा ही है ना। ते फिर साध संगत जी इस शरीर दे अंदर रहिंदियां होया माता नूं, पिता नूं, भरावां नूं, मित्रां नूं अपने रखियक समझदा है। सच्चे पातशाह जी कहंदे ने जिस थां दे उत्ते इस संसार च तेरे कोल दे आ ना, पुकारदा है रखिया लई, सहायता लई, दुख दी निवृत्ति लई अपने नेड़ूआं नूं जिहड़े तेरे नाल बड़ा ते करदे आ, बड़ा प्यार करदे आ, उन्हां नूं चेते करदा है, आके तैनूं दिलासा दिंदे आ। तू समझदा है कि तेरे दुख दी निवृत्ति जिहड़ी है वो ये कर देणगे, पर दुख दी निवृत्ति भी वो कर नहीं पाउंदे, केवल दिलासा ही दे सकते है, केवल तेनू तरवास दे सकते है। वो भी साध संगत जी जे पीड़ा नहीं हटदी ते कानू तरवास जीव फड़दा है। बड़ी औखी गल हुंदी है। सच्चे पातशाह जी महाराज दसदे हन जदों देह नहीं हुंदी, जिस थां दे उत्ते जीव बड़ा कष्ट हुंदा है, बड़ा दुख हुंदा है, महाराज फरमाउंदे ने जह मात पिता सुत मीत ना भाई। जिथे महाराज कहंदे ने माता नहीं, पिता नहीं, पुत्र नहीं, मित्र नहीं ते भरा नहीं सहायता करदे हन। मन ऊहा नाम तेरे संग सहाई। मन ऊहा भाव इत्थे नहीं, ऊहा दी गल हो रही है। ऊहा शब्द इस संसार तो परां दी जिहड़ी है ना वो गवाही दे रहा है। महाराज कहंदे ने मना उथे जपिया होया नाम माता दी तरह तेरी सहायता करेगा, पिता दी तरह तेरी प्रतिपालना करेगा, पुत्र दी तरह जिवें बिरध हो जांदा है ना शरीर ते फिर पुत्र संभाल लैंदे है, इवें महाराज कहंदे पुत्र दी तरह नेह करदा होया तैनूं नाम जिहड़ा ना उस समय
ਆਪਣਾ ਆਸਰਾ ਦੇਵੇਗਾ। ਮਿੱਤਰਾਂ ਦੀ ਤਰ੍ਹਾਂ ਤੇਰੇ ਨਾਲ ਤੈਨੂੰ ਮਿਲਾਪੀ ਹੋ ਕਰਕੇ ਬੜਾ ਹੀ ਨੇਹ ਕਰੇਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਸਕੇ ਅੰਮਾਂ ਦੇ ਜਾਏ ਭਰਾ ਹੁੰਦੇ ਆ ਨਾ, ਉਹ ਭਰਾ ਜਿਹੜੇ ਆ ਧਰਵਾਸ ਆ ਜਾਂਦਾ ਭਰਾ ਵੱਲ ਵੇਖ ਕਰਕੇ। ਉੱਥੇ ਭਰਾ ਨਹੀਂ ਆਉਣੇ, ਉੱਥੇ ਮਿੱਤਰ ਨਹੀਂ ਮਿਲਣੇ, ਉੱਥੇ ਪੁੱਤਰ ਨਹੀਂ ਸਾਹਮਣੇ ਆ ਸਕੇਗਾ, ਮਾਤਾ ਪਿਤਾ ਨਹੀਂ ਉੱਥੇ ਤੇਰੇ ਆ ਕਰਕੇ ਰੱਖਿਅਕ ਬਣ ਸਕਣਗੇ। ਉੱਥੇ ਤਾਂ ਹਜੂਰ ਕਹਿੰਦੇ ਜਿੰਨਾ ਚਿਰ ਤੂੰ ਦੇਹ ਵਿੱਚ ਰਹਿ ਕੇ ਭਜਨ ਕੀਤਾ ਹੋਵੇਗਾ ਨਾ, ਜਪਿਆ ਹੋਵੇਗਾ ਸਤਨਾਮ ਸ਼੍ਰੀ ਵਾਹਿਗੁਰੂ, ਉੱਥੇ ਜਪਿਆ ਹੋਇਆ ਨਾਮ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਸਹਾਇਤਾ ਕਰੇਗਾ। ਉੱਥੇ ਸਹਾਈ ਹੋਵੇਗਾ ਜਪਿਆ ਹੋਇਆ ਨਾਮ। ਜਹ ਮਹਾ ਭਿਆਨ ਦੂਤ ਜਮ ਦਲੈ। ਜਿੱਥੇ ਮਹਾਰਾਜ ਕਹਿੰਦੇ ਮਹਾ ਬਹੁਤੇ ਹੀ ਭਿਆਨਕ ਜਿਹੜੇ ਜਮਦੂਤ ਹਨ ਨਾ, ਦਲ ਦਿੰਦੇ ਐ, ਸੂਖਸ਼ਮ ਸਰੀਰ ਨੂੰ ਮਲ ਕੇ ਐਨ ਬਰੀਕ ਕਰ ਦਿੰਦੇ ਐ, ਇੰਨੀਆਂ ਸਜ਼ਾਵਾਂ ਦਿੰਦੇ ਐ। ਤਹ ਕਰ ਦਲ ਕਰਨ ਮਹਾਬਲੀ, ਤਿਨ ਆਗ ਲੜੈ ਮੈਂ ਰਹਿਣ ਨਾ ਜਾਏ। ਉਸ ਅਗਲੇ ਰਸਤੇ ਦੇ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਬੜੇ ਬੜੇ ਬਲੀ ਮੰਨੇ ਸੀ ਨਾ, ਉਹਨਾਂ ਨੂੰ ਵੀ ਜੰਮ ਦਲ ਸਿੱਟਦੇ ਐ, ਇੰਨਾ ਜ਼ਿਆਦਾ ਉਹ ਸਜ਼ਾਵਾਂ ਦਿੰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹ ਮਹਾ ਭਿਆਨ ਦੂਤ ਜਮ ਦਲੈ। ਜਿੱਥੇ ਮਹਾ ਬਹੁਤੇ ਭਿਆਨਕ ਜਿਹੜੇ ਐ ਉਹਨਾਂ ਵੱਲ ਵੇਖ ਕੇ ਹੀ ਡਰ ਆਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤੇ ਭਿਆਨਕ ਜਮਦੂਤ ਜਿੱਥੇ ਦਲ ਦਿੰਦੇ ਆ, ਮਲ ਦਿੰਦੇ ਹਨ। ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਉੱਥੇ ਕੇਵਲ ਮਹਾਰਾਜ ਨੇ ਕੇਵਲ ਸ਼ਬਦ ਵਰਤਿਆ, ਕੇਵਲ ਇੱਕੋ ਇੱਕ ਜਪਿਆ ਹੋਇਆ ਨਾਮ ਤੇਰੇ ਨਾਲ ਚੱਲੇਗਾ। ਜਪਿਆ ਹੋਇਆ ਨਾਮ ਦੀ ਪੂੰਜੀ ਜਿਹੜੀ ਹੈ ਨਾ, ਉਹ ਤੇਰੇ ਕੋਲ ਹੋਵੇਗੀ ਤੇ ਜਮ ਜਿਹੜੇ ਆ ਉਹ ਤੇਰਾ ਨੇੜਾ ਨਹੀਂ ਕਰ ਸਕਣਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਜਪਿਆ ਹੋਇਆ ਨਾਮ ਕੇਵਲ ਤੇ ਕੇਵਲ ਇੱਕੋ ਇੱਕ ਨਾਮ ਹੀ ਤੇਰੇ ਨਾਲ ਚੱਲੇਗਾ, ਨਿਭੇਗਾ। ਜਦੋਂ ਪਰਲੋਕ ਨੂੰ ਤੁਰਨ ਲੱਗੇਗਾ ਨਾ ਇਸ ਸੰਸਾਰ ਨੂੰ ਛੱਡ ਕਰਕੇ, ਉਦੋਂ ਨਾਮ ਦਾ ਧਨ ਤੇਰੇ ਨਾਲ ਨਿਭੇਗਾ ਪਰਲੋਕ ਦੇ ਰਸਤੇ ਤੇ। ਜਹ ਮੁਸ਼ਕਲ ਹੋਵੇ ਅਤ ਭਾਰੀ। ਜਿੱਥੇ ਬਹੁਤ ਭਾਰੀ ਮੁਸ਼ਕਲ ਦਾ ਸਮਾਂ ਹੋਵੇਗਾ, ਆ ਔਕੜਾਂ ਤੇ ਕੁਝ ਵੀ ਨਹੀਂ, ਉੱਥੇ ਬੜੀ ਔਕੜ ਹੋਣੀ ਹੈ। ਜਦੋਂ ਸਾਹਮਣੇ ਕੋਹਲੂ ਵੇਖਿਆ ਨਾ, ਤੇ ਕੋਹਲੂ ਦੇ ਵਿੱਚ ਜਦੋਂ ਨੂੜਨ ਦਾ ਹੁਕਮ ਦੇ ਦਿੱਤਾ, ਉੱਥੇ ਤੇਰੀ ਚੀਖ ਨਹੀਂ ਸੁਣਨ ਵਾਲਾ ਕੋਈ ਹੋਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਕਿ ਜਦੋਂ ਐਡਾ ਭਾਰੀ ਮੁਸ਼ਕਲ ਦਾ ਸਮਾਂ ਬਣਿਆ, ਜਮਾਂ ਨੇ ਪਕੜਿਆ ਹੋਇਆ, ਤੇ ਫਿਰ ਦੱਸਿਆ ਕਿ ਕਿਹੜੇ ਕਿਹੜੇ ਕਰਮਾਂ ਕਰਕੇ ਫਿਰ ਕਿਹੜੀਆਂ ਕਿਹੜੀਆਂ ਸਜ਼ਾਵਾਂ ਮਿਲਦੀਆਂ। ਜੇ ਤਾਂ ਰਸਨਾ ਨਾਲ ਬਹੁਤ ਕੌੜੇ ਵਾਕ ਬੋਲੇ ਐ, ਨਿੰਦਾ ਕੀਤੀ ਐ, ਤੇ ਜੀਭਾ ਦੇ ਕੱਟਣ ਦੀ ਮੁਸ਼ਕਲ ਸਾਹਮਣੇ ਔਕੜ ਆ ਖਲੋਣੀ ਐ। ਫਿਰ ਕੰਨਾਂ ਨਾਲ ਨਿੰਦਾ ਸੁਣੀ ਐ, ਤੇ ਕੰਨਾਂ ਦੇ ਵਿੱਚ ਦੀ ਨਾ ਕੰਡਿਆਲੇ ਜਿਹੜੇ ਲੋਹੇ ਦੀਆਂ ਸਲਾਖਾਂ ਹਨ, ਉਹ ਸਾਧ ਸੰਗਤ ਜੀ ਆਰ ਪਾਰ ਕਰਨ ਦੀ ਮੁਸ਼ਕਲ ਸਾਹਮਣੇ ਆ ਕਰਕੇ ਜਦੋਂ ਔਕੜ ਵਿਪਤਾ ਬਣ ਜਾਣੀ ਹੈ ਨਾ, ਉਦੋਂ ਮਹਾਰਾਜ ਕਹਿੰਦੇ ਕੌਣ ਬਚਾਵੇਗਾ ਦੱਸ। ਉਦੋਂ ਚੀਕਾਂ ਮਾਰੇਗਾ, ਡਾਡਾ ਮਾਰੇਗਾ, ਬੜਾ ਔਖਾ ਸਮਾਂ ਹੋਣਾ। ਜਹ ਮੁਸ਼ਕਲ ਹੋਵੇ ਅਤ ਭਾਰੀ, ਅਤਸ਼ੈ ਕਰਕੇ ਬਹੁਤ ਭਾਰੀ ਔਕੜ ਜਿੱਥੋਂ ਤੈਨੂੰ ਸਾਹਮਣੇ ਆ ਖਲੋਵੇਗੀ, ਬੜਾ ਔਖਾ ਸਮਾਂ ਹੋਵੇਗਾ, ਵਿਪਤਾ ਦਾ ਸਮਾਂ ਹੋਵੇਗਾ। ਹਰਿ ਕੋ ਨਾਮ ਖਿਨ ਮਾਹਿ ਉਧਾਰੀ। ਉੱਥੇ ਇੱਕ ਖਿਨ ਵਿੱਚ ਹੀ ਵਾਹਿਗੁਰੂ ਦਾ ਨਾਮ ਤੈਨੂੰ ਉਸ ਔਕੜ ਤੋਂ ਉਧਾਰ ਲਵੇਗਾ, ਬਚਾ ਲਵੇਗਾ। ਜਦੋਂ ਸਾਧ ਸੰਗਤ ਜੀ ਜੀਵ ਦੇ ਕੱਢ ਕੇ ਕਰਮ ਨਿਰਣਾ ਕੀਤਾ ਜਾਂਦਾ ਨਾ, ਉਸ ਸਮੇਂ ਜਦੋਂ ਕਿਤੇ ਭੁੱਲਿਆ ਹੋਇਆ ਵੀ ਤੂੰ ਕਿਤੇ ਆਪਣੇ ਜੀਵਨ 'ਚ ਸੰਗਤ ਵਿੱਚ ਆ ਕੇ ਵਾਹਿਗੁਰੂ ਆਖਿਆ ਹੋਇਆ ਨਾ, ਉਸ ਸਮੇਂ ਜਦੋਂ ਉਸ ਸਜ਼ਾ ਤੋਂ ਤੇਰਾ ਉਸ ਨਾਮ ਦੇ ਕਰਕੇ ਛੁਟਕਾਰਾ ਹੋਏਗਾ, ਤੇ ਉਦੋਂ ਤੂੰ ਬੜਾ ਹੈਰਾਨ ਹੋਵੇਂਗਾ ਕਿ ਮਨਾ ਮੈਂ ਤੇ ਰਿਸ਼ਤੇਦਾਰਾਂ 'ਚ ਮਿਲਣ ਨਹੀਂ ਗਿਆ ਸੀ, ਤੇ ਸੰਗਤ ਵਿੱਚ ਬਹਿ ਕੇ ਕੀਰਤਨ ਸੁਣਿਆ, ਭਾਵੇਂ ਕਿਸੇ ਬਹਾਨੇ ਹੀ ਸੁਣਿਆ, ਇਸ ਬਹਾਨੇ ਹੀ ਛੁੱਟ ਗਿਆ ਹਾਂ। ਐਡਾ ਲਾਭ ਤੇ ਮਨਾ ਕਿਉਂ ਨਾ ਤੂੰ ਵਾਹਿਗੁਰੂ ਵਾਹਿਗੁਰੂ ਜਪਿਆ। ਅੱਜ ਕੋਈ ਭੈਣ ਭਰਾ ਨਹੀਂ ਤੇਰੀ ਸਹਾਇਤਾ ਕਰ ਰਿਹਾ। ਵੇਖ ਕੀ ਹਾਲਤ ਵੈ। ਜਿਸ ਨਾਮ ਨੂੰ ਤੂੰ ਪਰਾਇਆ ਸਮਝ ਛੱਡਿਆ, ਜਿਸ ਨਾਮ ਨੂੰ ਜਪਣਾ ਤੂੰ ਪਖੰਡ ਸਮਝ ਛੱਡਿਆ, ਜਿਸ ਨਾਮ ਨੂੰ ਜਪਣ ਲੱਗਿਆਂ ਤੇਰੇ ਮਨ ਨੂੰ ਆਲਸ ਆ ਜਾਂਦਾ ਸੀ,
ਅੰਮ੍ਰਿਤ ਵੇਲੇ ਤੂੰ ਉੱਠਣ ਦਾ ਨਾਂ ਨਹੀਂ ਸੀ ਲੈਂਦਾ। ਇੰਨੀ ਸਿੱਖਿਆ ਸੁਣ ਸੁਣ ਕੇ ਵੀ ਢੀਠ ਹੋ ਗਿਆ ਸੈਂ, ਬਤਾ ਗਾਫਲ ਬਣ ਗਿਆ ਸੈਂ। ਵੇਖ ਬਿਨਾਂ ਹੀ ਸ਼ਰਧਾ ਤੋਂ ਭਾਵੇਂ ਜਪਿਆ ਹੀ ਤੇ ਕਿੱਡਾ ਲਾਭ ਮਿਲਿਆ, ਤੇ ਜੇ ਸ਼ਰਧਾ ਨਾਲ ਜਪਦੋਂ ਤੇ ਮਨਾ ਇਸ ਰਾਹ ਤੇ ਹੀ ਨਹੀਂ ਆਉਣਾ ਪੈਣਾ ਸੀ, ਫਿਰ ਇਹਨਾਂ ਰਾਹਾਂ ਤੇ ਹੀ ਨਾ ਆਉਂਦਾ। ਇਹ ਸਾਧ ਸੰਗਤ ਜੀ ਨਾਮ ਦੀ ਕਿੱਡੀ ਕੁ ਵੱਡੀ ਮਹਿਮਾ ਹੈ, ਇਹ ਸਤਿਗੁਰੂ ਜੀ ਕਹਿੰਦੇ ਪੂਰੀ ਨਹੀਂ ਦੱਸੀ ਜਾ ਸਕਦੀ। ਬਹੁਤ ਉਪਮਾ ਥੋਰ ਕਹੀ, ਮਹਾਰਾਜ ਕਹਿੰਦੇ ਬੜੀ ਵੱਡੀ ਉਪਮਾ ਮੇਰੇ ਵਾਹਿਗੁਰੂ ਦੇ ਨਾਮ ਦੀ, ਅਸੀਂ ਤਾਂ ਗੁਰਸਿੱਖੋ ਥੋੜੀ ਕਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਾਨੂੰ ਨਾਮ ਦੀ ਮਹਿਮਾ ਹਜੂਰ ਦੱਸਦੇ ਐ। ਇਸੇ ਪ੍ਰਕਾਰ ਹੀ ਹਰ ਕੋ ਨਾਮ ਖਿਨ ਮਾਹਿ ਉਧਾਰੀ, ਜਹ ਮੁਸ਼ਕਲ ਹੋਵੈ ਅਤ ਭਾਰੀ। ਸਾਧ ਸੰਗਤ ਜੀ ਜਦੋਂ ਭਾਰੀ ਮੁਸ਼ਕਲ ਦਾ ਸਮਾਂ ਕੀ ਹੈ, ਜਦੋਂ ਅੰਤ ਦਾ ਸਮਾਂ ਆ ਜਾਂਦਾ ਹੈ, ਸਾਰੇ ਹੀ ਕੀਤੇ ਹੋਏ ਔਗਣ ਜਿਹੜੇ ਆ ਨਾ ਪਾਪ ਉਸ ਸਮੇਂ ਮੂਹਰੇ ਆ ਕਰਕੇ ਖਲੋ ਜਾਂਦੇ ਐ ਕਿ ਤੂੰ ਇਸ ਵਕਤ ਆਹ ਕੰਮ ਕੀਤਾ ਸੀਗਾ। ਉਹ ਐਨ ਜਿਵੇਂ ਸਾਹਮਣੇ ਦ੍ਰਿਸ਼ ਨਹੀਂ ਦਿਸਦੇ, ਇਸ ਤਰ੍ਹਾਂ ਦ੍ਰਿਸ਼ ਦਿਸਣ ਲੱਗ ਪੈਂਦੇ ਐ। ਤੇ ਫਿਰ ਸਾਧ ਸੰਗਤ ਜੀ ਬਹੁਤ ਜ਼ਿਆਦੇ ਜਿਹੜੇ ਆ ਨਾ ਦੁੱਖ ਵੀ ਪੀੜਨ ਲੱਗ ਪੈਂਦੇ ਐ। ਹੁਣ ਤਾਂ ਇੱਕ ਅੱਧਾ ਰੋਗ ਆ, ਉਹਦੀ ਦਵਾਈ ਖਾ ਕੇ ਤੇ ਰੋਗ ਹਟਾ ਲੈਣਾ ਨਾ, ਪਰ ਉਦੋਂ ਐਡਾ ਮੁਸ਼ਕਲ ਦਾ ਸਮਾਂ ਹੋਣਾ, 36 ਰੋਗ ਚਿੰਬੜ ਜਾਣੇ ਆ ਸਰੀਰ ਨੂੰ। ਇੱਕ ਰੋਗ ਦੀ ਦਵਾਈ ਲਏਗਾ, ਉਹ ਲਈ ਹੋਈ ਦਵਾਈ ਦੂਜੇ ਰੋਗ ਨੂੰ ਉਤਸ਼ਾਹਿਤ ਕਰੇਗੀ ਸਰੀਰ ਦੇ ਅੰਦਰ, ਦੂਜਾ ਰੋਗ ਆ ਡੇਰਾ ਲਾਵੇਗਾ ਸਰੀਰ ਦੇ ਅੰਦਰ। ਇਹੋ ਜਿਹਾ ਮੁਸ਼ਕਲ ਦਾ ਸਮਾਂ ਹੋਣਾ, ਖੰਘਦੇ ਦਾ ਕਫ ਨਾਲ ਕੰਠ ਰੁਕ ਜਾਣਾ ਹੈ, ਅੱਖਾਂ ਦੀ ਜੋਤ ਮੱਧਮ ਪੈ ਜਾਣੀ ਹੈ, ਕੰਨ ਤੇਰੇ ਜਿਹੜੇ ਆ ਬੋਲੇ ਹੋ ਜਾਣੇ, ਸੁਣਨਾ ਨਹੀਂ, ਕਿਰਿਆ ਸਰੀਰ ਦੀ ਮੰਜੇ ਤੇ ਹੀ ਨਿਕਲ ਜਾਣੀ ਹੈ। ਐਸੀ ਬੁਰੀ ਹਾਲਤ, ਇਹੋ ਜੀ ਬੁਰੀ ਹਾਲਤ ਦੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਅਤ ਮੁਸ਼ਕਲ ਦਾ ਸਮਾਂ ਬਣ ਜਾਏਗਾ, ਭੁੱਖ ਲੱਗੀ ਹੋਈ ਹੋਵੇਗੀ, ਜਿਨ੍ਹਾਂ ਵਾਸਤੇ ਇੰਨਾ ਜਫਰ ਜਾਲਿਆ ਉਹ ਤੈਨੂੰ ਆ ਕੇ ਰੋਟੀ ਨਹੀਂ ਪੁੱਛਣਗੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਫਿਰ ਇਹੋ ਜੀ ਹਾਲਤ ਹੋਵੇਗੀ ਇੰਨੀ ਮੁਸ਼ਕਲ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਭਾਰੀ ਮੁਸ਼ਕਲ ਦਾ ਅਤਿਅੰਤ ਹੀ ਔਕੜ ਦਾ ਵਿਪਤਾ ਦਾ ਸਮਾਂ ਤੇਰੇ ਤੇ ਬਣ ਗਿਆ, ਇਹੋ ਜੀ ਬਿਰਧ ਅਵਸਥਾ ਤੇਰੀ ਹੋਈ, ਕੋਈ ਤੇਰੀ ਬਾਤ ਨਹੀਂ ਪੁੱਛੇਗਾ, ਰੋਗ ਨਾਲ ਪੀੜਤ ਹੋਵੇਂਗਾ। ਹਰ ਕੋ ਨਾਮ ਖਿਨ ਮਾਹਿ ਉਧਾਰੀ, ਵਾਹਿਗੁਰੂ ਦਾ ਨਾਮ ਮਹਾਰਾਜ ਕਹਿੰਦੇ ਜਦੋਂ ਵੀ ਤੈਨੂੰ ਚੇਤੇ ਆਵੇ ਤੇ ਨਿਸ਼ਚੈ ਕਰਕੇ ਜਾਣੀ ਛਿਨ ਮਾਤਰ ਚ ਵਾਹਿਗੁਰੂ ਦਾ ਨਾਮ ਸਾਰੇ ਹੀ ਰੋਗ ਕੱਟ ਦੇਵੇਗਾ। ਅੰਦਰੋਂ ਤੇਰਾ ਮਨ ਨਿਰਲੇਪ ਹੋ ਜਾਏਗਾ ਦੇਹ ਦੇ ਦੁੱਖਾਂ ਤੋਂ, ਸੁਖ ਦੇ ਸਹਿਤ ਹੀ ਤੇਰੀ ਦੇਹ ਜਿਹੜੀ ਹੈ ਨਾ ਛੁੱਟ ਜਾਵੇਗੀ। ਇਸੇ ਪ੍ਰਕਾਰ ਹੀ ਜਹ ਮੁਸ਼ਕਲ ਹੋਵੇ ਅਤ ਭਾਰੀ। ਸਾਧ ਸੰਗਤ ਜੀ ਸੰਸਾਰ ਦੇ ਅੰਦਰ ਜਿਉਂਦਿਆਂ ਹੋਇਆਂ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਇਹੋ ਜਿਹਾ ਮੁਸ਼ਕਲ ਦਾ ਸਮਾਂ ਆ ਕਰਕੇ ਬਣ ਜਾਵੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਅਤ ਮੁਸ਼ਕਲ ਦਾ ਸਮਾਂ ਆ ਕਰਕੇ ਬਣ ਗਿਆ, ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਕੋਈ ਤੈਨੂੰ ਢੋਈ ਨਹੀਂ ਦੇਵੇਗਾ, ਸਭ ਦੁਤਕਾਰ ਦੇਣਗੇ, ਕੋਈ ਤੈਨੂੰ ਆਪਣੇ ਕੋਲ ਨਹੀਂ ਬੈਠਣ ਦੇਵੇਗਾ। ਇਹੋ ਜਿਹਾ ਸਮਾਂ ਫਿਰ ਲਾਗੂ ਹੋਏ ਦੁਸ਼ਮਣਾ, ਸਾਰੇ ਮਿੱਤਰ ਵੀ ਦੁਸ਼ਮਣ ਬਣ ਜਾਣਗੇ। ਇਹੋ ਜਿਹਾ ਜਦੋਂ ਵਿਪਤਾ ਦਾ ਸਮਾਂ ਆਵੇਗਾ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਜਿਨ੍ਹਾਂ ਨੂੰ ਤੂੰ ਆਪਣੇ ਸਾਕ ਰਿਸ਼ਤੇਦਾਰ ਸਮਝਦਾ ਨਾ, ਸੰਬੰਧੀ ਸਮਝਦਾ, ਉਹ ਵੀ ਭੱਜ ਖੜੋਣ ਕਿ ਨਾ ਪਈ ਬਾਹਾਂ ਖੜੀਆਂ ਕਰ ਦੇਣ ਵੀ ਸਾਥੋਂ ਤਾਂ ਤੇਰੀ ਮਦਦ ਨਹੀਂ ਹੁਣ ਹੁੰਦੀ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਸਾਰੇ ਹੀ ਆਸਰੇ ਭੱਜ ਜਾਣ, ਰੇਤ ਦੀ ਕੰਧ ਵਾਂਗ ਕਿਰ ਜਾਣ, ਕੋਈ ਤੇਰੇ ਨੇੜੇ ਨਾ ਆਵੇ, ਕੋਈ ਤੈਨੂੰ ਪਿਆਰ ਨਾ ਕਰੇ, ਕੋਈ ਧਰਵਾਸ ਨਾ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਹ ਮੁਸ਼ਕਲ ਹੋਵੇ ਅਤ ਭਾਰੀ। ਇਹੋ ਜਿਹਾ ਮੁਸ਼ਕਲ ਭਾਰੀ, ਅਤ ਮੁਸ਼ਕਲ ਦਾ ਭਾਰੀ ਵਿਪਤਾ ਦਾ ਔਕੜ ਦਾ ਸਮਾਂ ਜਿਸ ਤਰ੍ਹਾਂ ਤੇਰੀ ਜ਼ਿੰਦਗੀ ਵਿੱਚ ਹੋਵੇਗਾ, ਜਦੋਂ ਇਹੋ ਜੀ ਵਿਪਤਾ ਪਵੇਗੀ, ਹਰਿ ਕੋ ਨਾਮ ਖਿਨ ਮਾਹਿ ਉਧਾਰੀ, ਉਥੇ ਵਾਹਿਗੁਰੂ ਦਾ ਨਾਮ ਛਿਨ ਮਾਤਰ ਚ ਹੀ ਤੇਰਾ ਛੁਟਕਾਰਾ ਕਰਾ ਦੇਗਾ ਉਸ ਵਿਪਤਾ ਤੋਂ। ਚਿਤ ਆਵੈ ਉਸ ਪਾਰ ਬ੍ਰਹਮ ਲੱਗਾ ਨਾ ਤਤੀ ਵਾਓ, ਸਾਹਿਬ ਨਤਾਣਿਆਂ ਕਾ ਤਾਣ। ਹਜੂਰ ਕਹਿੰਦੇ ਨੇ ਨਿਮਾਣਿਆਂ ਨੂੰ ਮਾਣ ਦਿੰਦਾ ਮੇਰਾ ਵਾਹਿਗੁਰੂ,
ਜਿਹਨੂੰ ਕਿਸੇ ਦਾ ਕੋਈ ਆਸਰਾ ਨਹੀਂ, ਉਹਨੂੰ ਆਪਣਾ ਆਸਰਾ ਦਿੰਦਾ ਮੇਰਾ ਵਾਹਿਗੁਰੂ। ਛਿਨ ਮਾਤਰ ਸਮੇਂ ਵਿੱਚ ਤੇਰਾ ਉਧਾਰ ਹੋ ਜਾਏਗਾ, ਤੇਰਾ ਛੁਟਕਾਰਾ ਹੋ ਜਾਏਗਾ। ਉਹ ਬਿਪਤਾ ਦੇ ਬੱਦਲ, ਚੜੇ ਹੋਏ ਬੱਦਲ ਜਿਵੇਂ ਇਉਂ ਲੱਗਦਾ ਨਾ ਕਿ ਹੁਣ ਨਹੀਂ ਇਹ ਜਾਣੇ, ਪਰ ਜਦੋਂ ਤੇਜ਼ ਹਵਾ ਚੱਲਦੀ ਹੈ ਨਾ, ਉਸੇ ਸਮੇਂ ਹਵਾ ਖੰਡਾ ਦਿੰਦੀ ਹੈ ਸਾਰੇ ਬੱਦਲਾਂ ਨੂੰ। ਇਹ ਮੁਸ਼ਕਲਾਂ ਦੇ, ਇਹ ਬਿਪਤਾ ਦੇ, ਔਕੜ ਦੇ ਚੜੇ ਹੋਏ ਬੱਦਲ ਜਦੋਂ ਤੇਰੇ ਅੰਦਰ ਸ਼ਰਧਾ ਦੀ ਤੇ ਪ੍ਰੀਤ ਦੀ ਹਵਾ ਚੱਲ ਪਈ ਨਾ, ਇਹ ਸਾਰੇ ਖਿੰਡ ਜਾਣੇ ਆ। ਛਿਨ ਮਾਤਰ ਸਮੇਂ 'ਚ ਹੀ ਸਭ ਔਕੜਾਂ ਬੁਲਾ ਜਾਣਗੀਆਂ, ਨਾਸ਼ ਹੋ ਜਾਣਗੀਆਂ। ਵਾਹਿਗੁਰੂ ਇੱਕ ਛਿਨ ਵਿੱਚ ਹੀ ਤੈਨੂੰ ਉਧਾਰ ਲਏਗਾ ਜਪਿਆ ਹੋਇਆ ਨਾਮ। ਉੱਥੇ ਪਰਲੋਕ ਵਿੱਚ ਜਿੱਥੇ ਕਿਸੇ ਸਹਾਇਤਾ ਨਹੀਂ ਕਰਨੀ, ਬੜਾ ਜ਼ਿਆਦਾ ਪੀੜਿਆ ਜਾਂਦਾ ਹੈ, ਜੀਆਂ ਨੂੰ ਦੁੱਖ ਦਿੱਤਾ ਜਾਂਦਾ ਹੈ, ਘੋਰ ਮੁਸ਼ਕਲ ਦਾ ਜਿੱਥੇ ਸਮਾਂ ਬਣਦਾ ਆ ਕਰਕੇ ਕੋਈ ਸਹਾਇਤਾ ਨਹੀਂ ਕਰ ਪਾਉਂਦਾ, ਮਹਾਰਾਜ ਕਹਿੰਦੇ ਉੱਥੇ ਵਾਹਿਗੁਰੂ ਦਾ ਨਾਮ ਤੈਨੂੰ ਛਿਨ ਮਾਤਰ ਸਮੇਂ ਵਿੱਚ ਉਹਨਾਂ ਦੁੱਖਾਂ ਤੋਂ, ਭਿਆਨਕ ਦੁੱਖਾਂ ਤੋਂ ਬਚਾ ਲਵੇਗਾ। ਅਨੇਕ ਪੁਨਹ ਚਰਨ ਕਰਤ ਨਹੀਂ ਤਰੈ। ਫਿਰ ਸਾਧ ਸੰਗਤ ਜੀ, ਜਿਹੜੇ ਪੁਨਹ ਚਰਨ ਕਰਮ ਹੁੰਦੇ ਆ, ਜਿਹੜੇ ਪੁੰਨਾਂ ਨੂੰ ਪ੍ਰਾਪਤ ਕਰਨ ਲਈ ਜਿਹੜੇ ਆਚਾਰ ਕਰੀਦੇ ਨਾ, ਕਰਤੱਵ ਕਰੀਦੇ, ਉਹਨਾਂ ਨੂੰ ਪੁਨਹ ਚਰਨ ਕਹਿੰਦੇ ਆ। ਪਾਪਾਂ ਦੀ ਨਿਵਰਤੀ ਵਾਸਤੇ ਕੀਤੇ ਗਏ ਕਰਮਾਂ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਆ। ਤੇ ਜੀਵ ਕਰਦੇ ਆ ਬਹੁਤ ਜ਼ਿਆਦਾ, ਕੋਈ ਜਦੋਂ ਹੱਥੋਂ ਪਾਪ ਹੁੰਦਾ ਹੈ, ਫਿਰ ਉਹਦੇ ਪਾਪ ਦੀ ਨਿਵਰਤੀ ਵਾਸਤੇ ਕੋਈ ਤੀਰਥਾਂ ਤੇ ਨਹਾਉਂਦਾ ਹੈ, ਕੋਈ ਲੰਗਰ ਕਰਾਉਂਦਾ ਹੈ, ਕੋਈ ਕੁਛ ਕਰਦਾ ਹੈ। ਇਹ ਜਿਹੜਾ ਪਾਪ ਦੀ ਨਿਵਰਤੀ ਵਾਸਤੇ ਕਰਮ ਕਰਦੇ, ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਆ। ਫਿਰ ਜਿਹੜੇ ਕੋਈ ਪੁੰਨਾਂ ਦੀ ਪ੍ਰਾਪਤੀ ਵਾਸਤੇ ਕਰਮ ਕਰਦੇ, ਉਹਨਾਂ ਨੂੰ ਪੁਨਹ ਚਰਨ ਕਰਮ ਕਹਿੰਦੇ ਆ। ਪੁੰਨਾਂ ਵਿੱਚ ਆਚਰਨ ਹੋਣਾ, ਭਾਵ ਪ੍ਰਵਿਰਤ ਹੋਣਾ। ਸਤਿਗੁਰੂ ਜੀ ਕਹਿੰਦੇ ਜੇ ਤੂੰ ਨਾਮ ਨਾ ਜਪਿਆ ਤੇ ਅਨੇਕਾਂ ਪ੍ਰਕਾਰ ਦੇ ਪੁੰਨ ਕੀਤੇ ਹੋਏ ਵੀ ਮਹਾਰਾਜ ਕਹਿੰਦੇ ਤੇਰੇ ਕੰਮ ਨਹੀਂ ਆ ਸਕਣਗੇ। ਪੁੰਨ ਤਾਂ ਉਹਨਾਂ ਖੋਹ ਲੈਣੇ ਆ ਤੇਰੇ ਕੋਲੋਂ ਰਸਤੇ ਦੇ ਵਿੱਚ ਹੀ, ਇਉਂ ਹਜੂਰ ਫਰਮਾਉਂਦੇ ਆ। ਅਨੇਕ ਪੁਨਹ ਚਰਨ ਕਰਤ ਨਹੀਂ ਤਰੈ। ਨਹੀਂ ਤਰ ਸਕੇਗਾ ਅਨੇਕਾਂ ਪ੍ਰਕਾਰ ਦੇ ਪੁੰਨਾਂ ਵਾਲੇ ਕਰਮ ਕਰਕੇ, ਅਨੇਕਾਂ ਪ੍ਰਕਾਰ ਦੇ ਪ੍ਰਾਸ਼ਚਿਤ ਕਰਮ ਕਰਕੇ ਵੀ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਤੂੰ ਤਰ ਨਹੀਂ ਸਕੇਗਾ, ਬਚ ਨਹੀਂ ਸਕੇਗਾ। ਵਾਹਿਗੁਰੂ ਦਾ ਜੇ ਤੂੰ ਨਾਮ ਹੀ ਨਹੀਂ ਜਪਿਆ, ਦੱਸ ਤੈਨੂੰ ਕਿਵੇਂ ਛਡਾ ਦੇਣਗੇ ਇਹ ਕਰਮ। ਸੱਚੇ ਪਾਤਸ਼ਾਹ ਜੀ ਨੇ ਕਿਹਾ ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਹੀ। ਉਹਨਾਂ ਨੂੰ ਸਭ ਨੂੰ ਧਰਮ ਰਾਜੇ ਦੀ ਕਚਹਿਰੀ 'ਚ ਜਾਣਾ ਪੈਂਦਾ ਹੈ, ਕਿਉਂਕਿ ਇਹ ਜਿਹੜੇ ਪੁਨਹ ਚਰਨ ਤੂੰ ਕਰਦਾ ਹੈ ਨਾ, ਇਹ ਫਿਰ ਜਦੋਂ ਤੈਨੂੰ ਉਸ ਮਾਰਗ ਤੇ ਤੋਰਨਾ ਹੈ ਨਾ, ਉਹਨਾਂ ਨੇ ਅੱਗੇ ਮਹਾਰਾਜ ਦੱਸਣਾ ਕਿ ਉਹ ਬੜਾ ਰਸਤਾ ਜਿਹੜਾ ਹੈ ਨਾ ਤਪਸ਼ ਵਾਲਾ ਹੈ। ਉੱਥੇ ਜਦੋਂ ਤੈਨੂੰ ਤੱਤੀ ਰੇਤ ਤੇ ਤੋਰਿਆ ਨਾ, ਤੇ ਉਹਨਾਂ ਫਿਰ ਤੇ ਤੂੰ ਜਦੋਂ ਤੜਫਣਾ ਕਿ ਮੈਨੂੰ ਤਾਂ ਬੜਾ ਦੁੱਖ ਵਾ, ਉਹਨਾਂ ਪੁੱਛਣਾ ਕੋਈ ਪੁੰਨ ਕੀਤਾ ਹੀ, ਤੇ ਫਿਰ ਦੱਸਦਾ ਜੀਵ ਹਾਂ ਮੈਂ ਪੁੰਨ ਕੀਤਾ। ਉਹ ਵੇਖਦੇ ਆ ਕੀਤਾ ਹੋਇਆ ਪੁੰਨ, ਕਹਿੰਦੇ ਆ ਵੀ ਪੁੰਨ ਦੇ ਦੇ ਸਾਨੂੰ, ਤਾਂ ਤੈਨੂੰ ਇਹ ਤੱਤੀ ਰੇਤ ਤੋਂ ਚੱਕ ਲੈਨੇ ਆ। ਉਹ ਪੁੰਨ ਫਿਰ ਖੋਹ ਲੈਂਦੇ ਆ। ਸਾਧ ਸੰਗਤ ਜੀ, ਖਾਲੀ ਹੋ ਜਾਂਦਾ ਜੀਵ ਪਰਲੋਕ ਵਿੱਚ ਜਾਂਦਾ ਜਾਂਦਾ। ਪੁੰਨਾਂ ਦਾ ਸਾਰਾ ਜਿਹੜਾ ਨਾ ਉਹ ਸਾਧ ਸੰਗਤ ਜੀ ਕੀਤਾ ਹੋਇਆ ਧਨ ਖੋਹ ਲੈਂਦੇ ਆ, ਤੇ ਜਿਨ੍ਹਾਂ ਕੋਲ ਪੁੰਨ ਵੀ ਨਹੀਂ ਹੁੰਦੇ ਉਹਨਾਂ ਨੂੰ ਤਾਂ ਫਿਰ ਖਿੱਚਦੇ ਧੁੰਦੇ ਸਜ਼ਾਵਾਂ ਦਿੰਦੇ ਹੀ ਜਾਂਦੇ ਆ ਨਾ। ਇਹੋ ਜੀ ਹਾਲਤ ਹੁੰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨੇ ਮਰਜੀ ਪੁਨਹ ਚਰਨ ਕਰਮ ਕਰ ਲੈ, ਪੁੰਨਾਂ ਦੇ ਵਿੱਚ ਪ੍ਰਵਿਰਤ ਹੋ ਜਾ, ਕਿਉਂਕਿ ਵੇਖ ਵੇਖ ਕੇ ਸੰਸਾਰ ਵੀ ਕਹਿਣ ਲੱਗ ਜਾਂਦਾ ਕਿ ਬਈ ਬੜੇ ਭਲੇ ਦੇ ਕਰਮ ਕਰਦਾ ਹੈ, ਬੜਾ ਚੰਗਾ ਹੈ, ਬੜੇ ਪੁੰਨੀ ਹੈ। ਪਰ ਹਜੂਰ ਕਹਿੰਦੇ ਪ੍ਰਲੋਕ ਵਿੱਚ ਭਲਾ ਨਹੀਂ ਤੇਰਾ ਪੁੰਨਾਂ ਵਾਲੇ ਕਰਮ ਕਰ ਸਕਣਗੇ। ਸਭ ਤੋਂ ਵੱਡਾ ਪੁੰਨ ਤੈਨੂੰ ਲੱਗੇਗਾ ਜੇ ਤੂੰ ਵਾਹਿਗੁਰੂ ਜਪੇ, ਸਤ ਸੰਗਤ ਕਰੇ, ਤੇਰਾ ਭਲਾ ਹੋ ਜਾਏਗਾ। ਸੱਚੇ ਪਾਤਸ਼ਾਹ ਕਹਿੰਦੇ ਪ੍ਰਾਸ਼ਚਿਤ ਕਰਮ ਵੀ ਤੈਨੂੰ ਤਾਰ ਨਹੀਂ ਸਕਣਗੇ ਸੰਸਾਰ ਤੋਂ। ਹਰ ਕੋ ਨਾਮ ਕੋਟ ਪਾਪ ਪਰ ਹਰੈ। ਵਾਹਿਗੁਰੂ ਦਾ ਜਪਿਆ ਹੋਇਆ ਇੱਕੋ ਇੱਕ ਨਾਮ ਸਤਿਗੁਰੂ ਜੀ ਕਹਿੰਦੇ ਨੇ ਕਰੋੜਾਂ ਪਾਪਾਂ ਦਾ ਵਿਨਾਸ਼ ਕਰ ਦੇਵੇਗਾ। ਇੱਕ ਵਾਰੀ ਤੂੰ ਵਾਹਿਗੁਰੂ ਆਖੇਂਗਾ ਨਾ, ਮਹਾਰਾਜ ਕਹਿੰਦੇ ਕਰੋੜਾਂ ਹੀ ਪਾਪ ਕੱਟ ਦੇਵੇਗਾ ਵਾਹਿਗੁਰੂ ਦਾ ਨਾਮ। ਜਿਹੜੇ ਤੇਰੇ ਅੰਦਰ ਪਾਪ ਕੋਟ ਕਿਲਿਆਂ ਵਾਂਗੂ ਉਸਰੇ ਹੋਏ ਆ ਨਾ, ਬੜੇ ਭਾਰੀ, ਜਿਨ੍ਹਾਂ ਕਰਕੇ ਤੇਰਾ ਚਿੱਤ ਮਲੀਨ ਰਹਿੰਦਾ ਹੈ, ਵਾਹਿਗੁਰੂ ਨਾਮ ਜਪਿਆ ਕਰ। ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਕਹਿੰਦੇ ਉਹ ਕਿਲਿਆਂ ਵਾਂਗ ਪੱਕੇ ਬਣੇ ਹੋਏ ਪਾਪਾਂ ਦੇ ਡੇਰੇ ਅੰਦਰੋਂ ਨਾਸ਼ ਕਰ ਦੇਵੇਗਾ, ਖਤਮ ਕਰ ਦੇਵੇਗਾ। ਕਰੋੜਾਂ ਹੀ ਪਾਪ, ਇੱਕ ਨਹੀਂ ਦੋ ਨਹੀਂ, ਕਰੋੜਾਂ ਹੀ ਪਾਪ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਨਾਸ਼ ਕਰ ਦੇਗਾ। ਤੇ ਪ੍ਰਾਸ਼ਚਿਤ ਕਰਮ ਤੂੰ ਇੱਕ ਕਰੇਗਾ ਤੇ ਇੱਕ ਪਾਪ ਮਸਾਂ ਟੁੱਟਣਾ। ਉਹ ਤੇ ਖਬਰੇ ਕਿੰਨਾ ਚਿਰ ਨਾਲੇ ਉਸ ਕਰਮ ਨੂੰ ਕਰੇਗਾ, ਕਿਉਂਕਿ ਕਈ ਚਿਰ ਦੱਸਦੇ ਹੁੰਦੇ ਆ
कि बई तू आ गो हत्या दा पाप होया ते इन्ना समा साल एक तू आ कर्म कर, ते फिर साल एक उस कर्म नूं करदियां जदों बतीत हुंदा फिर गो हत्या दा पाप लैंदा है। ते महाराज जी कहंदे ने जिहड़ा नाम है ना ये एक नहीं दो नहीं करोड़ां ही कीते हुए पापां नूं विनाश कर दिंदा है, खत्म कर दिंदा। इस करके सब तो वड्डा पुण्य तां नाम जपण दा है। इस करके तू नाम जपिया कर, वाहिगुरु मंत्र दा अभ्यास करिया कर। गुरमुख नाम जप हो मन मेरे, हे मेरे मना इस करके तां गुरमुख हो करके नाम जप, नहीं तां फिर ये वेख लै हर हर नित कहे रसना कहया कछु ना जानी, चित जिनका हिर लिया माया बोलन भे रवाणी। ओह वाहिगुरु वाहिगुरु मुख तो आखदे अंदरों चित माया ने लुटिया होया। अंदर चित विच जे साध संगत जी वेखो भावें बाहरों धार्मिक लिबास पहनिया होया है, सच्ची ना कि धार्मिक असीं बाहरों लिबास पाया है ते धर्म दे कर्मां विच प्रवृत्त वां ते साडा अंदर ठंडा होवे, पर साध संगत जी जदों चित माया नहीं जदों चुरा लिया है, धर्म दे कर्म विच भी तू माया दा लाभ लभदा फिरदा है, संसार दे कोई तेरी तृष्णा छुपी हुई है, फिर तां बाहरों केवल तेरा वाहिगुरु वाहिगुरु कहना एक मतलब दा है। तू एक माया दे प्रयोजन लई ही दिखावा कर रहा है, वो फिर तेरा जीवन बगले वर्गा होना है। तेरे अंदर सच्चाई नहीं है। सच्चे नाम तो क्या ना काहे को कीजै ध्यान जपन्ना, कादे वास्ते तू ध्यान ला करके नाम जप रहा है, जाते शुद्ध ना ही मन अपना। जदों तक तेरा मन शुद्ध ही नहीं हैगा, क्योंकि गुरमुख बन। सच्चे पातशाह जी महाराज गुरमुख दे 4 लक्षण कहे है। जदों किसे नूं दुखी वेखदे ना गुरमुख दया करदे है, किरपा करदे, ओहदा दुख निवृत्त करदे है। जदों किसे नूं सुखी वेखदे है बहुत खुश हुंदे है, ओहदे सुख नूं अपना सुख मनदे है। फिर तीसरा किसे दा प्रताप वेख के नहीं सड़दे। जे तू किसे दा प्रताप वेख के ही सड़ रहा है किवें भजन कर सकेगा? दस किवें नाम जप सकेगा? गुरमुख बन के नाम जप। फिर जेड़ा कोई तेरे आखे नहीं लगदा ओहदे मगर खिहड़े ना पिया कर ओनू मनाउण विच कि मैं तैनूं मना के ही छड्डणा। यह भी मनमुखां वाला लक्षण हुंदा है। गुरमुखां दा यह लक्षण हुंदा है किसे दे खिहड़े पै के नहीं ओह मनाउंदे किसे नूं। इह जाणदे अच्छा वाहिगुरू ने जदों इहदे भाई भाग जगाउणे आ उदों ही ओनू समझ पएगी ना। इस प्रकार वो किसे दे खिहड़े पै के किसे नूं नहीं मनाउंदे। इउं ये 4 लक्षण गुरमुखां दे कहे है। सच्चे पातशाह जी कहंदे हन गुरमुख नाम जपो मन मेरे। हे मेरे मना गुरमुख बन जा, गुरमुख बन के नाम जप लै। मुखी गुरु जी तो नाम दी दात लै करके नाम नू जपना कर। नानक पावो सुख कनेरे। सच्चे पातशाह जी कहंदे ने कनेरे बहुते सुख पावेंगा मना। ये सुख के तेरे को गिणे नहीं जाने। इन्ने सुख घने सुख नू ब्रह्मा आनंद दे सुख नू हे मेरे मना तू पा लवेंगा। सगल श्रेष्ठ को राजा दुखिया। हजूर अगली पौड़ी आरंभ करदे। सच्चे पातशाह कहंदे ने सगल श्रेष्ठ को राजा दुखिया। सारी सृष्टि दा साध संगत जी राजा होवे ना, ओदे कोल राज भाग होवे। महाराज कहंदे जे नाम नहीं ना तां भाई ओ दुखी होऊगा, दुख दे सहत ही मरेगा। अच्छा तुसी किसे राजे दी कहानी कढ के वेख लो। शाहजहां किन्ना दुखी होके मरिया सी। अखीर दी वाबत हथकड़ियां लगियां होईयां सी ते जिहड़ा सी छोलियां दे खेत विच गोडियां भार डिग के ओने ना साध संगत जी जदों छोलियां च मूंह मारिया नाल घाह भी मूंह विच आ गया सी। ते फिर महाराज दी बाणी चेते आई सी कि नदर ओ पट्ठी जे करे सुल्ताना काहो कराएंदा, दर मंगन भिख ना पाएंदा। सारी सृष्टि दा राजा भी होवे जे भजन नहीं करदा ते दुखी होऊगा, परेशान होऊगा। जे नरंगे दा बड़ा वड्डा राज सी ते ओदी की हालत होई। बड़ी साध संगत जी तड़फना नाल मरिया सी इत्थे औरंगाबाद दे अंदर। जिहड़ा अंग्रेज ने राज कीता ने इत्थे जार्ज पंचम उदों दा राजा सी। उदों दियां एक दो साध संगत जी कोई उन्हां दियां बनाईयां होईयां कैमरे दियां जिहड़ियां मूवियां वो भी मौजूद ने। उन्हें सारे जिन्ने रजवाड़े सी राजे सी उन्हें बड़ा दिल्ली दरबार लाया सी आ करके
ते अपने सिर ते मार चंदोआ ला के ते चौर करवाया बहुत वड्डा। सारे राजे महाराजे गए ते उन्होंने उन्होंने नजराने भेंट कीते सीगे। 1913 ते 14 दे विच साध संगत जी जदों जर्मन दी लड़ाई लगी है ना, ਉਹ ਜਾਰਜ ਪੰਚਮ ਇੰਨਾ परेशान सी, ਇੰਨਾ दुखी सी, ਕਹਿੰਦੇ ਉਹਨੂੰ ਕਰੰਟ ਲਾ ਕੇ ਸਵਾਉਂਦੇ ਹੁੰਦੇ ਸੀ, ਉਹਨੂੰ ਰਾਤ ਨੀਂਦ नहीं सी ਆਉਂਦੀ, ਇੰਨਾ ਪਰੇਸ਼ਾਨ ਸੀਗਾ ਉਹ। ਤੇ ਉਹ ਚੰਦੋਏ ਲਾ ਤਾਂ ਲੈਂਦੇ ਐ, ਚੌਰਾਂ ਕਰਾ ਤਾਂ ਲੈਂਦੇ ਐ, ਉਹ ਮਖਮਲੀ ਗੱਦਿਆਂ ਤੇ ਪਏ ਹੋਏ ਹਾਏ ਮਰ ਗਏ, ਹਾਏ ਮਰ ਗਏ, ਇਉਂ ਹੀ ਕਰਦੇ ਰਹਿੰਦੇ ਐ, ਕਿਉਂਕਿ ਮਨ ਕਰਕੇ ਬਹੁਤ ਪਰੇਸ਼ਾਨ ਨੇ, ਦੁਖੀ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ सारी सृष्टि का राज भी मिल जावे तां भी जीव का दुख नहीं मिटदा है। नाम तो बिना महाराज कहंदे सारी सृष्टि का भावें राजा क्यों ना होवे दुखी हुंदा है। हर को नाम जपत होए सुखिया, जे ओही फिर वाहिगुरु दा नाम जप लवे, हजूर कहंदे सुखी हो जावेगा, उहदे अंदर आनंद प्रगट हो जाएगा, उन्हें सुख मिल जाएगा। इसे प्रकार ही सगल श्रेष्ठ को राजा दुखिया। साध संगत जी राजा दुख केड़ा है? सारी सृष्टि विचों सब तो बड़ा दुख तां अज्ञान दा है, ते अज्ञान करके महाराज कहंदे भाई जीव जिहड़े आ दुखी रहिंदे आ, परेशान रहिंदे आ, वड्डा अज्ञान दा दुख जीआं नूं चिंबड़िया होया है। हर का नाम जपत होए सुखिया, जे वाहिगुरु दा नाम जपे ना ते अज्ञान वर्गे राजे वड्डे दुख तो छुट करके सुखी हो जावे, जीव आनंदित हो जावे, निहाल हो जावे। इसे प्रकार ही सगल श्रेष्ठ को राजा दुखिया। राजा दुख केड़ा? कोड़ वर्गे राजे दुख है, जेड़े जीव नूं साध संगत जी जदों चंबड़ जाण ते महाराज कहंदे भाई जीव अत दुखी हुंदे आ, कोड़ आदਿਕ रोगां करके। हर का नाम जपत होए सुखिया, जे वाहिगुरु दा नाम जपे तां ओह कोड़ी भी सुखी हो जांदे आ। सच्चे पातशाह जी महाराज ने ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਦਾ ਜਿਹੜਾ ਸੀ ਨਾ ਮਹਾਤਮ ਸੁਣਾਇਆ ਸੀ ਨਾ ਕੋੜੀ ਦੇ ਤਾਈ, ਤੇ ਹਜੂਰ ਨੇ ਆਖਿਆ ਸੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜਹ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਕੋੜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ ਜੀਆਂ ਦੇ ਅੰਦਰ ਵੀ ਕੋੜ ਪੈ ਜਾਂਦਾ ਹੈ ਤੇ ਜੀਆਂ ਦੇ ਬਾਹਰ ਵੀ ਬਿਮਾਰੀਆਂ ਦਾ ਕੋੜ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਅਤ ਦੁਖੀ ਹੁੰਦੇ ਆ ਨਾਮ ਤੋਂ ਬਿਨਾ ਜੀਵ, ਕੋੜ ਆਦਿਕ ਦੇ ਦੁੱਖਾਂ ਕਰਕੇ। ਜੇ ਉਹੋ ਹੀ ਫਿਰ ਨਾਮ ਜਪਣ ਤਾਂ ਹਰ ਕਾ ਨਾਮ ਜਪਤ ਹੋਏ ਸੁਖਿਆ, ਵਾਹਿਗੁਰੂ ਦਾ ਨਾਮ ਜਪਦਿਆਂ ਹੀ ਉਹਨਾਂ ਨੂੰ ਸਾਧ ਸੰਗਤ ਜੀ ਸੁੱਖ ਆ ਜਾਂਦਾ ਹੈ। ਕੋੜ ਵਰਗੀਆਂ ਬਿਮਾਰੀਆਂ ਤੋਂ ਪੀੜਤ ਜਿਹੜੇ ਰਾਜੀ ਹੋ ਜਾਂਦੇ ਹਨ। लाख करोड़ी बंधन परै। सच्चे पातशाह जी महाराज कहते जिथे लखां ही करोड़ां ही आ करके बंधन पै जान। साध संगत जी ये दूसरा पाठ है बंध ना परै, ते व्याकरण दे अनुसार ਉਹ नन्ना ਵੱਖਰਾ ਕਰਦੇ है। संप्रदा दे अंदर इनू दूसरा पाठ मन्निया जाता है, पर व्याकरण वालियां दा दावा है कि पहला पाठ यही मनना चाहिदा है। संप्रदायी पाठ तां बंधन पर है। उन्हां दा जिहड़ा ना वो दलील ये है, कहंदे धद्दे नूं औंकड़ होने करके ते नन्ना वखरा करना चाहिदा है। साध संगत जी व्याकरण जिहड़ी आ वो अधूरी है, गुरु की बाणी पूरी है। इस करके रब्बी बाणी दे उपर किसे तरह का वह कानून नहीं लागू हो सकता जिहड़ा संसार च मनुखा ने बनाया होवे। ते मनुखी दिमाग नाल तोल के सतगुरु जी की बाणी विच भी कई गलतियां कढ़न लग जाते हैं कि इत्थे आ चाहिदा सी, इत्थे आ अखर चाहिदा सी। कईयां ने इहो जी जुरत भी कीती है जिहड़ा कि नहीं करनी चाहिदी, क्योंकि पूरे का किया सब किश पूरा, घट वध किश नहीं। जे यही निजम लागू हुंदा होवे ते श्री गुरु ग्रंथ साहिब च होर पंक्तियां भी हैं जिथे नन्ना नाल जोड़ के अर्थ करने पैंदे, उत्थे फिर व्याकरण क्यों ढिली पै जांदी है। जिवें पंक्ति आउंदी है दुतिया जमन गए गुर हर हर जपन किया। गुरु अमरदास साहब जी जदों सच्चे पातशाह तीर्थां ते चरण पाए हैं ना, उदों दा जिक्र है। ते इत्थे हुण मम्मे नूं औंकड़ तां इत्थे भी हैगा, ते जे इत्थे अर्थ कीता जम ना वखरा
ਤੇ ਅਰਥ ਦਾ ਹੀ ਅਨਰਥ ਹੋ ਜਾਏਗਾ। ਜਿੱਥੇ ਤਾਂ ਵਿਆਕਰਨ ਨੂੰ ਲੱਗਦਾ ਹੈ ਕਿ ਠੀਕ ਆ ਉੱਥੇ ਵੱਖਰਾ ਕਰ ਲੈਂਦੇ ਆ, ਤੇ ਜਿੱਥੇ ਫਿਰ ਲੱਗਦਾ ਹੈ ਅਰਥ ਦਾ ਅਨਰਥ ਹੋਵੇਗਾ ਉੱਥੇ ਇਕੱਠਾ ਹੀ ਰਹਿਣ ਦਿੰਦੇ ਆ। ਵਿਆਕਰਨ ਅਧੂਰੀ ਹੈ, ਗੁਰੂ ਕੀ ਬਾਣੀ ਪੂਰੀ ਹੈ। ਇਸ ਕਰਕੇ ਪਹਿਲਾ ਪਾਠ ਇਹੀ ਕਰਨਾ, ਭਾਵੇਂ ਕਿ ਗੁਟਕੇ ਸਾਹਿਬਾਂ ਵਿੱਚ ਛੰਦੀ ਛੇਦ ਪਾ ਕੇ ਲਿਖ ਦਿੱਤਾ ਹੁੰਦਾ ਹੈ, ਤੇ ਉਹਨੂੰ ਫਿਰ ਵੀ ਸੰਪਰਦਾ ਨੇ ਵਿਆਕਰਨ ਨੂੰ ਨਿੰਦਿਆ ਨਹੀਂ, ਮਾੜਾ ਨਹੀਂ ਕਿਹਾ, ਕਿਉਂਕਿ ਵਿਆਕਰਨ ਵੀ ਵਿਦਿਆ ਹੈ ਸਾਧ ਸੰਗਤ ਜੀ। ਇਸ ਕਰਕੇ ਦੂਸਰਾ ਪਾਠ ਰੱਖ ਕੇ ਕਿ ਭਾਈ ਇਹ ਦੂਜਾ ਪਾਠ ਕਰ ਲਿਆ ਕਰੋ, ਤੇ ਉਹਦੇ ਵੀ ਅਰਥ ਬਣ ਜਾਂਦੇ ਆ। ਪਰ ਜਿਹੜੇ ਮੁੱਖ ਪਾਠ ਹਨ ਨਾ, ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਮਦਮਾ ਸਾਹਿਬ ਪੜ੍ਹਾਏ ਆ, ਇਹਨਾਂ ਨੂੰ ਹੀ ਸੰਪਰਦਾਈ ਪਾਠ ਜਿਹੜਾ ਹੈ ਨਾ ਪਹਿਲਾ ਪਾਠ ਮੰਨਿਆ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਲੱਖ ਕਰੋੜੀ ਬੰਧਨ ਪਰੈ। ਲੱਖਾਂ ਹੀ ਕਰੋੜਾਂ ਹੀ ਜਿੱਥੇ ਮਹਾਰਾਜ ਕਹਿੰਦੇ ਹੰਗਤਾ ਮਮਤਾ ਦੇ ਕਰਤਾ ਭੁਗਤਾ ਦੇ ਬੰਧਨ ਜਦੋਂ ਪੈ ਜਾਣ, ਇੰਨੇ ਜ਼ਿਆਦੇ ਬੰਧਨ ਪੈ ਜਾਣ। ਜੀਵ ਜਦੋਂ ਸਾਧ ਸੰਗਤ ਜੀ ਜਨਮ ਹੁੰਦਾ ਹੈ ਨਾ, ਉਦੋਂ ਪਹਿਲੇ ਪਿਆਰ ਲੱਗਾ ਥਣ ਦੁੱਧ ਵਾਲਾ ਹੀ ਬੰਧਨ ਹੁੰਦਾ ਹੈ, ਦੂਜਾ ਮਾਏ ਬਾਪ ਕੀ ਸੁੱਧ ਬੰਧਨ ਪੈ ਜਾਂਦਾ ਹੈ, ਫਿਰ ਤੀਜੇ ਭਇਆ ਭਾਬੀ ਬੇਵ ਬੰਧਨ ਪੈਂਦਾ ਹੈ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸਤਵੇਂ ਸੰਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੋਆ ਸਵਾਹ। ਫਿਰ ਸਵਾਹ ਹੋ ਜਾਂਦਾ ਹੈ, ਬੰਧਨ ਨਹੀਂ ਤੋੜ ਪਾਉਂਦਾ। ਇਹ ਬੰਧਨ ਤੇ ਬੰਧਨ ਪੈਂਦੇ ਆ। ਇਸ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਜਵਾਨੀ ਆਉਂਦੀ ਹੈ, ਵਾਸ਼ਨਾਵਾਂ ਦੇ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ। ਇੰਨਾ ਕਾਮ ਉਛਲਦਾ ਹੈ, ਉਛਲਿਆ ਕਾਮ ਕਾਲ ਮਤ ਲੱਗੀ, ਕਾਲ ਦੇ ਵਿੱਚ ਇਹੋ ਜਿਹਾ ਸਰਵਨਾਸ਼ ਵਿੱਚ ਮਤ ਲੱਗ ਜਾਂਦੀ ਹੈ, ਆਪਣਾ ਪਰਾਇਆ ਨਹੀਂ ਪਛਾਣਦਾ ਹੈ। ਇਹੋ ਜਿਹਾ ਬੰਧਨ ਪੈਂਦਾ ਹੈ ਕਿ ਕਾਮ ਇਹਨੂੰ ਸਿਰ ਹੀ ਨਹੀਂ ਚੱਕਣ ਦਿੰਦਾ। ਵਕਾਰ ਇੰਨੇ ਪ੍ਰਬਲ ਹੋ ਜਾਂਦੇ ਐ, ਇੰਨਾ ਬੰਧਨਾਂ ਵਿੱਚ ਜਕੜਿਆ ਜਾਂਦਾ ਹੈ ਕਿ ਸ਼ੈਤਾਨ ਬਣ ਜਾਂਦਾ ਹੈ, ਹੈਵਾਨ ਬਣ ਜਾਂਦਾ ਹੈ। ਦੁਨੀਆ ਦੀਆਂ ਕਦਰਾਂ ਕੀਮਤਾਂ ਤੋਂ ਵੀ ਸਾਧ ਸੰਗਤ ਜੀ ਡਿੱਗ ਜਾਂਦਾ ਹੈ, ਸਮਾਜ ਨੂੰ ਹੀ ਗੰਧਲਾ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਇੱਕ ਨਹੀਂ ਦੋ ਨਹੀਂ, ਜਿੱਥੇ ਆ ਕਰਕੇ ਤੈਨੂੰ ਲੱਖਾਂ ਹੀ ਕਰੋੜਾਂ ਹੀ ਬੰਧਨ ਪੈ ਜਾਣ, ਤੇ ਉਹਨਾਂ ਕੁਕਰਮਾਂ ਕਰਕੇ ਤੇਰੇ ਆਪਣੇ ਵੀ ਪਰਾਏ ਬਣ ਜਾਣ, ਬਹੁਤ ਬੁਰੀ ਹਾਲਤ ਹੋ ਜਾਵੇ। ਇਹਨਾਂ ਬੰਧਨਾਂ ਕਰਕੇ ਜਦੋਂ ਆਸਾ ਤ੍ਰਿਸ਼ਨਾ ਕਰਕੇ ਤੂੰ ਜਕੜਿਆ ਜਾਵੇਂ। ਹਰਿ ਕਾ ਨਾਮ ਜਪਤ ਨਿਸਤਰੈ। ਵਾਹਿਗੁਰੂ ਦਾ ਨਾਮ ਜਪ ਲਵੇਂ ਨਾ, ਤੇ ਇਹ ਬੰਧਨ ਜਿਹੜੇ ਆ ਨਾ ਖੁੱਲਦੇ ਜਾਣਗੇ, ਟੁੱਟਦੇ ਜਾਣਗੇ, ਨਾਸ਼ ਹੁੰਦੇ ਜਾਣਗੇ। ਕਾਮ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਵੇਂਗਾ, ਕ੍ਰੋਧ ਦਾ ਦਾਸ ਨਹੀਂ ਬਣਿਆ ਰਹੇਗਾ, ਆਜ਼ਾਦ ਹੋ ਜਾਵੇਂਗਾ। ਆਸਾ ਤ੍ਰਿਸ਼ਨਾ ਤੇਰਾ ਖਹਿੜਾ ਛੱਡ ਜਾਵੇਗੀ। ਇਹ ਜਿਹੜੇ ਬੰਧਨ ਪਏ ਹੋਏ ਨਾ ਤੈਨੂੰ ਮੋਹ ਦੇ, ਸਾਰਾ ਦਿਨ ਬਾਹਰ ਫਿਰਦਾ ਹੋਇਆ ਘਰ ਨੂੰ ਹੀ ਭੱਜਾ ਆਉਣਾ ਨਾ, ਫਿਰ ਤੇਰੇ ਬੰਧਨ ਟੁੱਟ ਜਾਣਗੇ। ਸਰੀਰ ਕਰਕੇ ਨਿਭਾਵੇਂਗਾ ਸਾਰੇ ਨਾਤੇ, ਮਨ ਕਰਕੇ ਵਾਹਿਗੁਰੂ ਵਿੱਚ ਜੁੜ ਜਾਵੇਂਗਾ। ਸੱਚੇ ਪਾਤਸ਼ਾਹ ਕਹਿੰਦੇ ਨਿਸ ਪਰਪੰਚ ਤੋਂ ਸਹਿਜੇ ਹੀ ਤੂੰ ਤਰ ਜਾਵੇਂਗਾ। ਇਹੋ ਜੀ ਤੈਨੂੰ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਤਾਨਿਕ ਮਾਇਆ ਰੰਗ ਤਿਖ ਨਾ 부ਝਾਵੇ। ਫਿਰ ਪਿਛੋਂ ਪੰਕਤੀ ਪੜੋ। ਲੱਖ ਕਰੋੜੀ ਬੰਧਨ ਪਰੈ। ਸਾਧ ਸੰਗਤ ਜੀ ਲੱਖ ਕਰੋੜੀ ਬੰਧਨ ਪਰੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਇੱਕ ਪੰਕਤੀ ਵਿੱਚ ਸਤਿਗੁਰੂ ਜੀ ਨੇ ਉਹ ਦੱਸਿਆ ਹੈ ਕਾਰਨ, ਤੇ ਉਸ ਕਾਰਨ ਦੀ ਫਿਰ ਮਹਾਰਾਜ ਸਾਹਿਬ ਜੀ ਨੇ ਜਿਹੜੀ ਹੈ ਨਾ ਨਿਵਰਤੀ ਦੱਸੀ ਹੈ, ਪ੍ਰਸ਼ਨ ਕੀਤਾ ਤੇ ਉਹਦਾ ਉੱਤਰ ਦੱਸਿਆ ਅਗਲੀ ਪੰਕਤੀ ਵਿੱਚ। ਪਹਿਲਾ ਪਾਠ ਤਾਂ ਬੰਧਨ ਪਰੇ ਹੀ ਕਰਨਾ, ਤੇ ਲੱਖ ਕਰੋੜੀ ਬੰਧ ਨਾ ਪਰੈ ਇਹ ਦੂਜਾ ਪਾਠ ਹੈ। ਲੱਖਾਂ ਹੀ ਕਰੋੜਾਂ ਬੰਧਨ ਨਹੀਂ ਪੈਂਦੇ, ਇਹ ਸਮਝ ਲੈਣਾ। ਫਿਰ ਇਸ ਦੂਸਰੇ ਪਾਠ ਦਾ ਅਰਥ ਕਿਉਂ ਨਹੀਂ ਪੈਂਦੇ, ਅਗਲੀ ਪੰਕਤੀ ਵਿੱਚ ਫਿਰ ਉੱਤਰ ਆ ਜਾਂਦਾ ਏ। ਹਰ ਕਾ ਨਾਮ ਜਪਤ ਨਿਸਤਰੈ। ਕਿਉਂਕਿ ਜਿਹੜਾ ਵਾਹਿਗੁਰੂ ਦਾ ਨਾਮ ਜਪ ਲੈਂਦਾ ਨਾ, ਉਹ ਸਾਧ ਸੰਗਤ ਜੀ ਬੰਧਨ ਉਹਦੇ ਸਾਰੇ ਟੁੱਟ ਜਾਂਦੇ ਐ। ਜਪ ਕਰਕੇ ਨਿਸ ਪਰਪੰਚ ਸੰਸਾਰ ਤੋਂ ਉਹ ਤਰ ਜਾਂਦਾ ਹੈ। ਪਰ ਪਹਿਲੀ ਪੰਕਤੀ ਵਿੱਚ ਹੀ ਪੂਰਾ ਜਿਹੜਾ ਇਉਂ ਹੀ ਹੁੰਦਾ ਹੈ ਕਿ ਲੱਖਾਂ ਕਰੋੜਾਂ ਬੰਧਨ ਪੈ ਜਾਣ ਤੇ ਵਾਹਿਗੁਰੂ ਦੇ ਨਾਮ ਦੇ ਜਪਣ ਨਾਲ ਟੁੱਟ ਜਾਂਦੇ ਆ ਜੀਵ। ਉਹਨਾਂ ਬੰਧਨਾਂ ਨੂੰ ਜਿਹੜਾ ਹੈ ਤੋੜ ਕਰਕੇ ਇਸ ਪਰਪੰਚ ਤੋਂ ਤਰ ਜਾਂਦਾ ਹੈ। ਤਾਨਿਕ ਮਾਇਆ ਰੰਗ ਤਿਖ ਨਾ 부ਝਾਵੇ। ਸਤਿਗੁਰੂ ਜੀ ਕਹਿੰਦੇ ਨੇ ਅਨੇਕਾਂ ਪ੍ਰਕਾਰ ਦੀ ਤੇ ਮਾਇਆ ਇਕੱਠੀ ਕੀਤੀ ਹੈ, ਤੇ ਵਲ ਕੀਤਾ, ਛਲ ਕੀਤਾ, ਧਰੋਹ ਕੀਤਾ, ਬੜਾ ਯਤਨ ਕੀਤਾ ਤੂੰ, ਤੇ ਮਾਇਆ ਦੇ ਇਕੱਠੀ ਕਰਨ ਲੱਗਿਆਂ ਤੇਰੇ ਮਨ ਨੇ ਹੀ ਤੈਨੂੰ ਸਲਾਹਾਂ ਦਿੱਤੀਆਂ। ਕੌਣ ਵੇਖਦਾ ਹੈ?
कोई गल नहीं, थोड़ा बहुता तो करना ही पैंदा। इस तरह तेनू सिक्ख्या देण वाले भी कई इहो जे समाज विच टक्कर जांदे है, उन्हां दी सिक्ख्या बड़ी छेती तेरे मन ते असर करदी है, पर इन्ना ढीठ है कि संगत करदियां करदियां भी गुरु जी दा उपदेश तेरे ते असर नहीं करदा। बाहरों किसी ने माड़ी जी गल की कही, तेरा मन झट ही तिलक जांदा उस पासे वल नूं। अनेकां प्रकार नाल तू इकट्ठिया कीती है माया, ते महाराज कहंदे ने ये अनेकां प्रकार दी ही माया तेरे आले दुआले जिहड़ी वरत रही है, इन्हें तेरी तेत नहीं ना बुझाई अजे तक। कि जां तू आखिया कि नहीं बस मैं हुण जिन्नी कमा लई सी कमा लई है, हुण मैं तीर्थ ते चले जाना भजन करना, करके वेखी भला तीर्थ ते बैठिया भी तेनू माया ही चेते आउणी खजाने च रखी हुई। फिर पिछे घर वालियां नू फोन कर करके समझाई जांदे हुंदे, गए तां तीर्थ नू है ते उन्हां नू दसी जांदे है कि न्याणिओ इस तरह कर लिओ ऐ कर लिओ। ओ बथेरा कहंदे बापू हुण छड्ड खैड़ा, तू इत्थे गया ते भजन कर। कित्थों भजन विच चित लगदा है, क्योंकि अनक माया रंग तिख ना बुझावै। अनेकां प्रकार दा जिहड़ा माया दा तेनू रंग प्यार लगा होया ना, उन तेरी ते नहीं बुझाउणी, तेरी प्यास नहीं बुझाउणी, सगों तीबर प्यास होर लगी जावेगी, होर प्यास तेरी वधदी जावेगी। अनेकां प्रकार दी इकट्ठी कीती हुई माया जिहड़ी तेरे आले दुआले भजन तो बिना जो वरत रिहा सब माया है। महाराज कहंदे इहदे प्यार विच जुड़िया होया ना, देहां दे मोह विच लगा होया, इन्ना रंग माणदा इन्ना प्यार माणदा, तेरी प्यास नहीं बुझेगी। हर का नाम जपत आघावे, जे तू वाहिगुरु दा नाम जप लवे ना, अघा जावेगा, रज जावेगा, तृप्ति आ जावेगी, शांति आ जावेगी। कोई मन दे अंदर संकल्प नहीं फुरेगा, आखेगा बस हुण वाहिगुरु जी दा भजन मैं करा, नाम जप के सफला होवां। यो सच्चे पातशाह कहंदे तेरी तृप्ति हो जानी है जे वाहिगुरु दा नाम जप लवेंगा। जह मार्ग एहो जात अकेला, हजूर कहंदे ने जह मार्ग एहो जात अकेला। ये जिहड़ा जीव है ना, जिस मार्ग दे उत्ते साध संगत जी अकलिया जांदा है, सच्चे पातशाह जी महाराज कहंदे है कि उस मार्ग दे उत्ते कोई नाल साथी नहीं हुंदा, जामी हुंदे है। ते जम साथी थोड़ो हुंदे है, जम तां सजा देण वाले हुंदे है। साथी तां ओही हुंदा जिहड़ा सहायता करे। कई प्रश्न कर दिंदे आ जी, वेखो महाराज ने कहा कल्ला ते नाल जम तां हुंदे आ, उहदे नाल भी गलबात कर सकदा है ना। महाराज ने कहा जम खड़दे आ उस रस्ते दे उत्ते। साध संगत जी जदों कोई मैत्री भाव नाल गल करदा है ना, ओहो ही साथी हुंदा है। ਜਿਹੜਾ कोई वैर भावना नाल उस समय सजा दे रूप विच कष्ट दिंदा, वो साथी नहीं हुंदा। सच्चे पातशाह जी महाराज कहंदे जिस मार्ग दे उत्ते ये जीव नूं अकलिया जाना पैंदा है, पुरसलाथ का पंथ दुहेला, संग ना साथी गवन अकेला। जिथे कोई साथी नहीं हुंदा, अकले नूं ही गवन करना पैंदा है, जाना पैंदा है। जिह मार्ग इहो जात अकेला, अकला ही जिस मार्ग दे उत्ते जांदा है, महाराज कहंदे भाई वो परलोक दा मार्ग है। तह हर का नाम संग होत सुहेला, जे किते तू वाहिगुरु दा नाम जिउंदियां जिउंदियां जपिया होवेगा, महाराज कहंदे वाहिगुरु दा नाम उत्थे तेनू सुहेला सुखदाई कर देवेगा। वाहिगुरु दा नाम तेरा साथी होवेगा। उस समय उस मार्ग दे उत्ते नाम तेनू जपिया होया तरवास देवेगा। फिक्र क्यों करदा, मैं तेरे नाल हां। जदों नाम तेनू उत्थे कोल खलोता दिस जपे पवेगा, तू सुहेला सुखी हो जावेगा। तेरे अंदर सुख आ जावेगा, आनंद आ जावेगा कि मैं अकला नहीं हां। अकला नहीं फिर अपने आप नूं प्रतीत करेगा, उस रस्ते दे उत्ते भी नाम तेरी सहायता करेगा। जपिया होया नाम जे करके ते तू इन्नी मेहनत कीती होवे, वाहिगुरु दी प्रीत दा प्रसाद पा के निहाल होया होवे, फिर तां तैनूं नाम उन्हां राहां ते जान ही ना देवेगा। पर जे करके किते तू पापां करके औगणा करके चलिया भी जावेगा ना, ते फिर जे तू जपिया होया नाम तेनू उत्थे अपना स्पर्श देवेगा। सच्चे पातशाह जी कहंदे भाई सुखी कर देवेगा, उत्थे नाम तेनू दुख तोड़ देवेगा तेरे। ऐसा नाम मन सदा धियाई है, ये मेरे मना एहो जिहा सुखदाई नाम है। ते फिर तू सोचदा है कि सवेरे शाम ही भजन करीदा। कई शाम नूं रहरास साहब दा पाठ करन दा समां हुंदा है, ते उस तो बाद जे जपजी साहब कोई पढ़न लग जाए तो कहंदे लै जपजी साहब तो सवेरे पढ़ीदा, तू शाम नूं पढ़ी जाना। साध संगत जी महाराज दी बाणी तां हर वेले ऐसा नाम
मन सदा ध्याई है। हे मेरे मना एहो जिहा नाम सुखदाई है, इन्ना सुख देण वाला है, ते फिर तू सवेरे शाम ही कला समा मिथ्या होया। नहीं सदा ही ध्या, हर वेले नाम नू जप लै तां कि तेरे सारे ही साह सफले हो जाण। ਉਹ ਜਿਹੜਾ ਔਖਾ ਵੇਲਾ ਔਖੀ ਘੜੀ ਦਾ ਸਮਾਂ ਜਦੋਂ ਦੇਹ ਛੁੱਟਣੀ ਹੈ ਜਾਂ ਸਵਾਸਾਂ ਦੇ ਨਿਕਲਣ ਦਾ ਸਮਾਂ ਹੋਣਾ, ਇੰਨੀ ਪੀੜਾ ਵਾਲਾ ਸਮਾਂ ਹੋਣਾ ਕਿ ਉਹ ਤੇਥੋਂ ਬਰਦਾਸ਼ਤ ਨਹੀਂ ਹੋਣਾ। ਇਸ ਤਰ੍ਹਾਂ ਸਵਾਸ ਜਿਹੜੇ ਨਿਕਲਦੇ ਆ ਸਾਧ ਸੰਗਤ ਜੀ, ਹੱਡੀਆਂ ਦੇ ਜੋੜ ਵੀ ਛੁੱਟ ਜਾਂਦੇ ਆ ਸਾਰੇ। ਬਹੁਤ ਜੀਵ ਨੂੰ ਉਦੋਂ ਪੀੜਾ ਹੁੰਦੀ ਹੈ। ਕਹਿੰਦੇ ਨੇ 1000 ਬਿੱਛੂ ਦੇ ਡੰਗ ਮਾਰਨ ਜਿੰਨਾ ਦੁੱਖ ਪ੍ਰਤੀਤ ਹੁੰਦਾ, ਬੜੀ ਜ਼ਿਆਦੀ ਪੀੜਾ ਉਹ ਸਾਰੀ ਨਹੀਂ ਜਾਂਦੀ। ਉਸ ਸਮੇਂ ਸਭ ਕੁਝ ਚੇਤਾ ਭੁੱਲ ਜਾਂਦਾ। ਵਾਹਿਗੁਰੂ ਦਾ ਨਾਮ ਇੰਨਾ ਸੁਖਦਾਈ ਹੈ, ਤੈਨੂੰ ਜਦੋਂ ਪਤਾ ਲੱਗ ਗਿਆ ਏ ਤੇ ਫਿਰ ਮਨਾ ਸਦਾ ਹੀ ਧਿਆ। ਫਿਰ ਕਿਉਂ ਵਿਸਾਰਦਾ ਐਸੇ ਨਾਮ ਨੂੰ? ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਿਆ ਕਰ, ਮਹਾਰਾਜ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਮਹਾਰਾਜ ਮੈਨੂੰ ਇਹ ਚਾਹ ਚਾੜ ਦਿਓ, ਉਤਸ਼ਾਹ ਦੇ ਦਿਓ, ਇਹ ਲਾਲਚ ਹੋਂ ਗੁਣ ਤੋਂ ਉਚਰੋ। ਮਹਾਰਾਜ ਮੈਨੂੰ ਇਹ ਲਾਲਚ ਹੋ ਜੇ ਕਿ ਆਪ ਦੇ ਨਾਮ ਨੂੰ ਜਪ ਲਾਂ। ਸਵਾਸ ਬੜੇ ਥੋੜੇ ਐ, ਭਜਨ ਕਰ ਲੈ, ਇੱਕ ਇੱਕ ਸੰਗਿਆ ਕਰਕੇ ਤੇਰੇ ਸਵਾਸ ਬਤੀਤ ਹੁੰਦੇ ਜਾ ਰਹੇ ਐ, ਅਜਾਈ ਨਾ ਗਵਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਨਾਮ ਮਨ ਸਦਾ ਧਿਆਈ ਹੈ। हे ਮੇਰੇ ਮਨਾ ਇਹੋ ਜੇ ਸੁਖਦਾਈ ਨਾਮ ਨੂੰ ਸਦਾ ਹੀ ਧਿਆਉਣਾ ਕਰੀਏ। ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਬਣ ਜਾ, ਫਿਰ ਪਰਮ ਗਤੀ ਨੂੰ, ਕਾਬਿਲ ਮੁਕਤੀ ਨੂੰ ਪ੍ਰਾਪਤ ਕਰ ਲਵੇਂਗਾ। ਮੁਖੀ ਗੁਰੂ ਜੀ ਦੇ ਚਰਨਾਂ ਨਾਲ ਜੁੜ ਜਾ, ਫਿਰ ਤੈਨੂੰ ਉੱਚਾ ਪਦ ਪ੍ਰਾਪਤ ਹੋ ਜਾਵੇਗਾ। ਜੀਵਨ ਵਿੱਚ ਰਹਿੰਦੇ ਹੀ ਮੁਕਤ ਹੋ ਜਾਵੇਂਗਾ। ਫਿਰ ਤੈਨੂੰ ਸਾਰੇ ਦ੍ਰਿਸ਼ ਦਿਸ ਪੈਣਗੇ, ਪਰ ਤੈਨੂੰ ਪਤਾ ਲੱਗ ਜਾਣਾ ਕਿ ਮੈਂ ਨਹੀਂ ਹੁਣ ਇਸ ਮਾਰਗ ਦਾ ਪਾਂਧੀ ਰਿਹਾ। ਨਾਮ ਤੈਨੂੰ ਉਹਨਾਂ ਰਾਹਾਂ ਤੇ ਹੀ ਨਹੀਂ ਜਾਣ ਦੇਵੇਗਾ। ਤੇ ਸੱਚੇ ਪਾਤਸ਼ਾਹ ਜੀ ਨੇ ਇਹ ਰਸਤਾ ਦਰਸਾਇਆ ਹੈ, ਵਿਖਾਇਆ ਹੈ ਸਾਨੂੰ ਇਸ ਕਰਕੇ ਕਿ ਵੇਖ ਜੀਵ, ਨਾਮ ਤੋਂ ਸਖਣਿਆ ਤੈਨੂੰ ਇਹਨਾਂ ਰਾਹਾਂ ਤੇ ਜਾਣਾ ਪੈਣਾ ਹੈ। ਤੇ ਜੇ ਕਰਕੇ ਤੂੰ ਜ਼ਿੰਦਗੀ ਵਿੱਚ ਨਾਮ ਜਪਿਆ ਹੋਇਆ ਤੇ ਫਿਰ ਉਹ ਜਪਿਆ ਹੋਇਆ ਨਾਮ ਤੈਨੂੰ ਉੱਥੇ ਪਤਾ ਲੱਗਣਾ ਹੈ। ਕਿਉਂਕਿ ਕਈਆਂ ਔਗਣਾ ਕਰਕੇ ਜਦੋਂ ਜੀਆਂ ਨੂੰ ਉਹਨਾਂ ਰਾਹਾਂ ਤੇ ਜਾਣਾ ਹੀ ਪੈਂਦਾ ਨਾ, ਤੇ ਪਰ ਸਾਧ ਸੰਗਤ ਜੀ ਜੀਵ ਦਾ ਜੀਵਨ ਜਿਹੜਾ ਨਾ, ਕਈਆਂ ਦਾ ਪਾਪਾਂ ਨਾਲ ਭਾਰੀ ਹੁੰਦਾ ਹੈ, ਕਈਆਂ ਦਾ ਪੁੰਨਾਂ ਨਾਲ ਭਾਰੀ ਹੁੰਦਾ ਹੈ। ਤੇ ਸਾਧ ਸੰਗਤ ਜੀ ਨਾਮ ਜਪਣ ਵਾਲੇ ਇਹਨਾਂ ਦੋਹਾਂ ਤੋਂ ਮੁਕਤ ਹੁੰਦੇ ਆ। ਪਰ ਜਦੋਂ ਜੀਵਨ ਜਿਹੜਾ ਹੈ ਉਨੇ ਹੀ ਔਗਣ ਹੈ, ਉਨੇ ਹੀ ਪੁੰਨ ਵੀ ਕੀਤੇ ਹੈ, ਕਦੇ ਸਤਸੰਗਤ ਵੀ ਕਰ ਲੈਂਦਾ ਹੈ, ਕਦੇ ਫਿਰ ਪਾਪਾਂ 'ਚ ਪ੍ਰਵਿਰਤ ਹੋ ਜਾਂਦਾ ਹੈ। ਇਹ ਤਾਂ ਆਪਣੇ ਆਪ ਦਾ ਆਪਾਂ ਨੂੰ ਆਪ ਪਤਾ ਹੈ ਨਾ ਕਿ ਮੈਂ ਕਿੱਡਾ ਕੁ ਗੁਰਮੁਖ ਹਾਂ। ਬਾਹਰੋਂ ਤਾਂ ਅਸੀਂ ਗੁਰਮੁਖ ਬਣ ਕੇ ਦਿਖਾਲ ਦਿੰਨੇ, ਦੁਨੀਆ ਨੂੰ ਤਾਂ ਰਿਝਾ ਲੈਂਦੇ ਆ। ਪਰ ਸਾਧ ਸੰਗਤ ਜੀ ਅੰਤਲੇ ਸਮੇਂ ਜਦੋਂ ਨਬੇੜਾ ਹੋਣਾ ਨਾ, ਉਦੋਂ ਅਸੀਂ ਕਿਸੇ ਨੂੰ ਝੂਠੀ ਖੁਸ਼ਾਮਦ ਕਰਕੇ ਨਹੀਂ ਛੁੱਟ ਸਕਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਨੇ ਤੇ ਭਾਈ ਸੱਚ ਦੇ ਉੱਤੇ ਨਬੇੜਾ ਕਰਨਾ ਹੈ। ਫਿਰ ਜਦੋਂ ਇਹ ਸੋਝੀ ਪੈਂਦੀ ਹੈ ਨਾ, ਇਹ ਅਕਲ ਆਉਂਦੀ ਹੈ, ਤੇ ਸਾਧ ਸੰਗਤ ਜੀ ਜੀਵ ਨੂੰ ਪਤਾ ਲੱਗ ਜਾਂਦਾ ਹੈ ਆਪਣੇ ਆਪ ਦਾ ਕਿ ਮਨਾ ਕਿੰਨੇ ਕੁ ਤੈਂ ਪਾਪ ਕੀਤੇ ਐ, ਕਿੰਨੇ ਕੁ ਗੁਣ ਕਮਾਏ ਐ। ਇਸ ਕਰਕੇ ਹੁਣ ਇਹ ਖਿਆਲ ਕਰ, ਜੇ ਗੁਰੂ ਜੀ ਦਾ ਉਪਦੇਸ਼ ਸੁਣਿਆ ਤੇ ਭਜਨ ਕਰ ਲੈ। ਜੇ ਪ੍ਰਲੋਕ ਦੇ ਉਸ ਰਾਹ ਤੇ ਤੈਨੂੰ ਪਤਾ ਹੈ ਕਿ ਕਿੰਨੇ ਕੁ ਤੂੰ ਪਾਪ ਕੀਤੇ, ਜਾਣਾ ਤਾਂ ਪੈਣਾ ਹੀ ਹੈ ਮਨਾ, ਤੇ ਫਿਰ ਉੱਥੇ ਨਾਮ ਤੇਰੀ ਸਹਾਇਤਾ ਕਰੇਗਾ। ਵਾਹਿਗੁਰੂ ਦਾ ਜਪਿਆ ਹੋਇਆ ਨਾਮ ਤੇਰਾ ਰੱਖਿਅਕ ਹੋਵੇਗਾ। ਨਾਮ ਨੇ ਉੱਥੇ ਵੀ ਤੈਨੂੰ ਰੱਖ ਲੈਣਾ ਜਿੱਥੇ ਕੋਈ ਤੇਰੀ ਸਹਾਇਤਾ ਨਹੀਂ ਕਰਨ ਦੇ ਸਮਰੱਥ। ਇਸ ਕਰਕੇ ਗੁਰਮੁਖ ਬਣ ਕੇ ਨਾਮ ਜਪ ਲੈ। ਮੇਰੇ ਮਨਾ ਸਦਾ ਹੀ ਨਾਮ ਨੂੰ ਜਪ। ਜੇ ਤੂੰ ਗੁਰੂ ਜੀ ਦੇ ਚਰਨੀ ਲੱਗ ਜਾਵੇਂ ਫਿਰ ਤਾਂ ਪਰਮ ਪਦਵੀ ਨੂੰ ਪਾ ਲਵੇਂ, ਨਿਹਾਲ ਹੋਵੇਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। 2 ਪੌੜੀਆਂ ਸਾਧ ਸੰਗਤ ਜੀ ਸੰਪੂਰਨ ਹੋਈਆਂ। ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ।